ਪਰ ਤੁਹਾਡਾ ਬੋਲਣਾ ਉਦੋਂ ਸਾਰਥਕ ਹੁੰਦਾ ਜਦੋਂ ਤੁਹਾਡੀ ਪਹਿਲਾਂ ਕਲਮ ਬੋਲਦੀ ਆ। ਮੈਨੂੰ ਯਾਦ ਹੈ ਕਿ ਵੀ ਮੈਂ ਆਪਣੀ ਮਾਂ ਦੀ ਕਰੀਮ ਕਲਰ ਦੀ ਸ਼ਾਲ ਲੈ ਕੇ ਚੌਰੀ ਸ਼ਾਲ ਗੁਰਦੁਆਰੇ ਦੀ ਸਟੇਜ ਦੇ ਉੱਤੇ ਮੈਂ ਗਾ ਰਹੀ ਹਾਂ ਤੇ ਉਸ ਵੇਲੇ ਮੈਨੂੰ 51 ਰੁਪਏ ਇਨਾਮ ਦਿੱਤਾ ਗਿਆ ਸੀ। ਮਾਂ ਵੱਲੋਂ ਇਹ ਸੀ ਇਹ ਪਿਆਰ ਪਿਊਰ ਦੀਆਂ ਕਵਿਤਾਵਾਂ ਕੀ ਇਸ਼ਕ ਮੁਸ਼ਕ ਦੀਆਂ ਕਵਿਤਾਵਾਂ ਲਿਖਣੀਆਂ। ਹੈਡਮਾਸਟਰ ਦੀ ਕੁੜੀ ਹੋਣਾ ਮੇਰੇ ਲਈ ਇਹ ਡਿਸਕ੍ਰੈਡਿਟ ਮੈਨੂੰ ਲੱਗਾ। ਤਾਂ ਉਹ ਇੱਕ ਡਿਸਟੈਂਸ ਜਿਹਾ ਰੱਖਦੇ ਹੁੰਦੇ ਸੀ। ਜਿਹੜੀ ਕਿਤਾਬ ਆਈ ਜਿਹਦੇ ਨਾਲ ਮੈਂ ਜਾਣੀ ਗਈ ਉਹ ਹੈ ਕਿਤਾਬ ਕਾਲਾ ਬਾਗ। ਬਿਰਹੋਂ ਨਾਗ ਪਲੋ ਪਲ ਡਸਦੇ ਫਾਨੀ ਰਸੀਏ ਖਿੜ ਖਿੜ ਹੱਸਦੇ। ਤੇਰੇ ਮੇਰੇ ਪਿਆਰ ਦਾ ਚਰਚਾ ਰਹੇਗਾ ਦੇਰ ਤੱਕ, ਇਹ ਭੁਲੇਖਾ ਇਸ ਤਰ੍ਹਾਂ ਬਣਿਆ ਰਹੇਗਾ ਦੇਰ ਤੱਕ। ਵਾਹ। ਬੂਹਾ ਨਾ ਬਾਰੀ ਨਾ ਕੋਈ ਬਨੇਰਾ, ਦੀਵਾ ਜਗਾ ਕੇ ਵੀ ਰੱਖਾਂਗੇ ਕਿੱਥੇ। ਮੇਰੇ ਸਿਰ ਤੇ ਛੱਤਾਂ, ਮੇਰੇ ਮੋਢੇ ਕੰਧਾਂ, ਇਹ ਕੰਧਾਂ ਇਹ ਛੱਤਾਂ ਵੀ ਰੱਖਾਂਗੇ ਕਿੱਥੇ। ਇਹਦੇ ਵਿੱਚ ਕੀ ਹੈ ਕਿ ਜਿਹੜਾ ਜਦੋਂ ਵੀ ਕੋਈ ਵੀ ਦੁਖਾਂਤ ਹੋਇਆ ਉਹ ਔਰਤ ਨੇ ਭੋਗਿਆ। ਜਿਹੜੇ ਅਮਨ ਦੀ ਬਾਤ ਪਾਓਗੇ, ਅਮਨ ਦੀਆਂ ਘੁੱਗੀਆਂ ਕਦ ਤੱਕ ਉਡਾਓਗੇ, ਬੇਦੋਸ਼ੇ ਖੂਨ ਨੂੰ ਕਦ ਤੱਕ ਲੁਕਾਓਗੇ। ਰੋਜ਼ ਚੜ੍ਹਦੇ ਜਾਂ ਲਹਿੰਦੇ ਪਾਣਾ ਵਰਤਦਾ ਹੈ, ਰੋਜ਼ ਸੁੰਨੀ ਗਲੀ 'ਚ ਹੌਕਾ ਪਰਤਦਾ ਹੈ। ਸਾਡਾ ਚਾਨਣ ਚੁਰਾ ਕੇ ਤੁਸੀਂ ਕਿੱਥੇ ਭੱਜ ਚੱਲੇ। ਅਸੀਂ ਹਿੰਮਤਾਂ ਦੇ ਜਾਏ ਅਸਾਂ ਵੰਡਣੇ ਸਵੇਰੇ। ਪਾਣੀਆਂ 'ਚ ਕਿਹਾ ਤੂਫਾਨ ਆਇਆ, ਬਸ ਅਸਾਂ ਲਹਿਰਾਂ ਹੱਥ ਚੱਪੂ ਦੇ 'ਤੇ ਫੜਾ। ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਕਰਨਵੀਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਦੋਂ ਵੀ ਜ਼ਿੰਦਗੀ ਦੀ ਗੱਲ ਕਰਦੇ ਹਾਂ, ਜ਼ਿੰਦਗੀ ਆਪਣੇ ਆਪ ਦੇ ਵਿੱਚ ਇੱਕ ਸੰਘਰਸ਼ ਹੈ। ਇਸ ਦੇ ਵਿੱਚ ਜਦੋਂ ਤੁਹਾਡੀ ਕਿਸ਼ਤੀ ਇਸ ਜ਼ਿੰਦਗੀ ਦੀਆਂ ਲਹਿਰਾਂ ਦੇ ਵਿੱਚ ਸਮੁੰਦਰ ਦੇ ਵਿੱਚ ਤਰਦੀ ਹੈ ਤਾਂ ਕਈ ਵਾਰ ਲਹਿਰਾਂ ਇੰਨੀਆਂ ਤੇਜ਼ ਹੁੰਦੀਆਂ ਕਿ ਤੁਹਾਨੂੰ ਆਪਣੇ ਆਪ ਵਗਾ ਕੇ ਪਤਾ ਨਹੀਂ ਕਿੱਧਰ ਨੂੰ ਲੈ ਜਾਂਦੀਆਂ ਨੇ। ਅਤੇ ਇਨਸਾਨ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਸੰਘਰਸ਼ ਕਰੇ, ਲਹਿਰਾਂ ਨਾਲ ਮੁਕਾਬਲਾ ਕਰੇ। ਅਤੇ ਇਹਨਾਂ ਲਹਿਰਾਂ ਨਾਲ ਮੁਕਾਬਲਾ ਕਰਦਾ ਕਰਦਾ ਪਤਾ ਨਹੀਂ ਉਹ ਕਈ ਵਾਰ ਕਿੱਧਰ ਲੰਘ ਜਾਂਦਾ। ਤਾਂ ਬੜੀ ਮਿਹਨਤ ਆਉਂਦੀ ਹੈ ਜ਼ਿੰਦਗੀ ਦੇ ਸਫ਼ਰ ਨੂੰ ਤੈਅ ਕਰਨ ਦੇ ਵਿੱਚ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਸ ਸ਼ਖਸੀਅਤ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਾਉਣੀ ਹੈ, ਉਹਨਾਂ ਦੀ ਜ਼ਿੰਦਗੀ ਦਾ ਸਫ਼ਰ ਵੀ ਕੁਝ ਅਜਿਹਾ ਹੈ ਕਿ ਉਹਨਾਂ ਦੀ ਜ਼ਿੰਦਗੀ ਤੇਜ਼ ਤੂਫਾਨਾਂ ਦੇ ਵਿੱਚ, ਸਮੁੰਦਰਾਂ ਦੇ ਵਿੱਚ ਵਹਿੰਦੀ ਹੋਈ ਲਹਿਰਾਂ ਨਾਲ ਟਕਰਾਉਂਦੀ ਹੋਈ ਕਿਤੇ ਤੋਂ ਕਿਤੇ ਜਾ ਆਉਂਦੀ ਹੈ। ਜ਼ਿੰਦਗੀ ਦੇ ਵਿੱਚ ਹੁਣ ਤੱਕ ਭਾਵੇਂ ਉਹਨਾਂ ਨੇ 15 ਦੇ ਕਰੀਬ ਕਿਤਾਬਾਂ ਲਿਖ ਚੁੱਕੇ ਨੇ। ਸਫ਼ਰ 1974 ਤੋਂ ਸ਼ੁਰੂ ਹੁੰਦਾ, ਖਾਸ ਤੌਰ 'ਤੇ ਜਾਣੇ ਜਾਂਦੇ ਨੇ ਆਪਣੀ ਕਲਮ ਦੀ ਬੇਬਾਕੀ ਕਰਕੇ। ਕਿੰਨਾ ਕੁਝ ਜ਼ਿੰਦਗੀ 'ਚ ਵਾਪਰਿਆ ਉਸ ਨੂੰ ਆਪਣੀ ਕਲਮ ਨਾਲ ਪਰੋ ਕੇ ਦਰਸ਼ਕਾਂ ਦੇ ਸਾਹਮਣੇ ਲੈ ਕੇ ਆਉਂਦਾ। ਸੋ ਅੱਜ ਗੱਲਾਂ ਬਾਤਾਂ ਕਰਾਂਗੇ ਮਨਜੀਤ ਇੰਦਰਾ ਜੀ ਨਾਲ, ਉਹਨਾਂ ਦੀ ਲਿਖਤਾਂ ਦੇ ਬਾਰੇ, ਉਹਨਾਂ ਦੀ ਜ਼ਿੰਦਗੀ ਸਫ਼ਰ ਦੇ ਬਾਰੇ। ਸਭ ਤੋਂ ਪਹਿਲਾਂ ਉਹਦਾ ਸਵਾਗਤ ਕਰਾਂਗੇ ਪ੍ਰੋਗਰਾਮ ਸਾਹਿਤ ਦੇ ਸੰਗ ਵਿੱਚ। ਬੀਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਤੇ ਸਵਾਗਤ ਕਰਦੇ ਹਾਂ ਪ੍ਰੋਗਰਾਮ ਸਾਹਿਤ ਦੇ ਸੰਗ ਵਿੱਚ ਜੀ। ਬਹੁਤ ਸ਼ੁਕਰੀਆ। ਤੇ ਜੀ ਬੜੀਆਂ ਗੱਲਾਂ ਹੁਣ ਕਹਿੰਦੀ ਪ੍ਰੋਗਰਾਮ ਸ਼ੁਰੂ ਹੋਣ ਤੋਂ ਤੁਹਾਡੇ ਨਾਲ ਕਰਨ ਦਾ ਮੌਕਾ ਮਿਲਿਆ, ਤੁਹਾਡੀ ਇੰਟਰਵਿਊ ਵੀ ਦੇਖੀਆਂ। ਅਤੇ ਇੱਕ ਗੱਲ ਹੁੰਦੀ ਹੈ, ਜਿੰਨਾ ਵੀ ਸੁਣਿਆ ਨਾ ਤਾਂ ਮਨਜੀਤ ਇੰਦਰਾ ਦਾ ਨਾਂ ਇੱਕ ਬੇਬਾਕੀ ਕਰਕੇ ਜਾਣਿਆ ਜਾਂਦਾ। ਵੀ ਹਰੇਕ ਪੱਤਰਕਾਰ ਦੀ ਕੋਸ਼ਿਸ਼ ਹੁੰਦੀ ਵੀ ਅਸੀਂ ਮਨਜੀਤ ਇੰਦਰਾ ਤੋਂ ਆਹ ਕਹਾ ਲਈਏ, ਉਹ ਉਹਨਾਂ ਬਾਰੇ ਬੋਲ ਦੇਣ, ਉਹਨਾਂ ਦੀ ਜ਼ਿੰਦਗੀ ਜੋ ਹੋਏ ਉਹਦੇ ਬਾਰੇ ਦੱਸ ਦੇਣ, ਤਾਂ ਕਮੈਂਟ ਕੋਈ ਨਾ ਕੋਈ ਕਰਨ। ਪਰ ਕਿਤੇ ਨਾ ਕਿਤੇ ਜਿਹੜੀ ਅਸਲ ਪਛਾਣ ਬਣਦੀ ਆ ਉਹ ਤੁਹਾਡੀ ਕਲਮ ਦੇ ਨਾਲ ਆ। ਕਿਉਂਕਿ ਬੋਲਣ ਵਾਲੇ ਲੋਕ ਤਾਂ ਬਹੁਤ ਹੁੰਦੇ ਨੇ, ਪਰ ਤੁਹਾਡਾ ਬੋਲਣਾ ਉਦੋਂ ਸਾਰਥਕ ਹੁੰਦਾ ਜਦੋਂ ਤੁਹਾਡੀ ਪਹਿਲਾਂ ਕਲਮ ਬੋਲਦੀ ਆ ਜੀ। ਤੁਹਾਡੀ ਕਲਮ ਬੋਲਦੀ ਆ, ਉਹ ਤੋਂ ਬਾਅਦ ਜੋ ਤੁਸੀਂ ਬੋਲਦੇ ਹੋ ਉਹਦੇ ਵਿੱਚ ਦਮ ਹੁੰਦਾ। ਜੇ ਤੁਸੀਂ ਕਹਿ ਦਈਏ ਹਾਂ ਹਰ ਇੱਕ ਇਨਸਾਨ ਬੋਲਣ ਨੂੰ ਕਿਹਦਾ ਕਿਸੇ ਤੇ ਕੋਈ ਇਲਜ਼ਾਮ ਲਾਉਂਦਾ, ਤਾਂ ਤੁਹਾਡੀਆਂ ਜਦੋਂ ਲਿਖਤਾਂ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਇੱਕ ਜਿਹੜਾ ਜਨੂੰਨ ਝਲਕਦਾ। ਜ਼ਿੰਦਗੀ ਦੀਆਂ ਜਿਹੜੀਆਂ ਲਹਿਰਾਂ ਨੇ ਉਹਨਾਂ ਦੇ ਨਾਲ ਤੁਸੀਂ ਤਾਂ ਇਹ ਕਹਿ ਦਿੱਤਾ, ਜੋ ਮੈਂ ਸ਼ੇਅਰ ਪੜ੍ਹਿਆ ਸ਼ੁਰੂਆਤ ਦੇ ਵਿੱਚ, ਵੀ ਅਸੀਂ ਲਹਿਰਾਂ ਦੇ ਹੱਥ ਚੱਪੂ ਦੇਤਾ। ਪਰ ਮੈਨੂੰ ਲੱਗਦਾ ਵੀ ਨਹੀਂ, ਤੁਸੀਂ ਐਡੀ ਕੋਸ਼ਿਸ਼ ਕੀਤੀ ਹੈ ਵੀ ਲਹਿਰਾਂ ਦੇ ਨਾਲ ਟਕਰਾ ਕੇ ਅੱਗੇ ਤੁਸੀਂ ਵਧੇ ਹੋ। ਲਹਿਰਾਂ ਨੇ ਤੁਹਾਨੂੰ ਨਾਲ ਨਹੀਂ ਵਹਾ ਕੇ ਲੈ ਕੇ ਗਈਆਂ, ਤੁਸੀਂ ਲਹਿਰਾਂ ਨਾਲ ਟੱਕਰਾ ਕਰਕੇ ਮੰਜ਼ਿਲ ਨੂੰ ਹਾਸਲ ਕੀਤਾ ਅਤੇ ਅੱਗੇ ਵੱਧਦੇ ਜਾ ਰਹੇ ਹੋ। ਸਭ ਤੋਂ ਪਹਿਲਾਂ ਤੁਹਾਡੀ ਜ਼ਿੰਦਗੀ ਦੇ ਸਫ਼ਰ ਬਾਰੇ ਵੀ ਗੱਲਬਾਤ ਕਰਾਂਗੇ। ਭਾਵੇਂ ਬਹੁਤ ਗੱਲਾਂ ਇੰਟਰਵਿਊਆਂ 'ਚ ਹੋ ਚੁੱਕੀਆਂ ਨੇ, ਪਰ ਮੇਰਾ ਅੱਜ ਦਾ ਮਕਸਦ ਹੈ ਤੁਹਾਡੀਆਂ ਕਿਤਾਬਾਂ ਬਾਰੇ ਗੱਲ ਕਰੀਏ, ਤੁਹਾਡੀਆਂ ਲਿਖਤਾਂ ਬਾਰੇ ਗੱਲ ਕਰੀਏ। ਕਿਉਂਕਿ ਇਹ ਜਿਹੜੀਆਂ ਲਿਖਤਾਂ ਨੇ ਇਹੀ ਜ਼ਿੰਦਗੀ ਨਾਲ ਹੀ ਜੁੜੀਆਂ ਹੁੰਦੀਆਂ ਨੇ, ਉਹਦੇ ਵਿੱਚ ਪਿੱਛੇ ਕੋਈ ਨਾ ਕੋਈ ਕਹਾਣੀ ਹੁੰਦੀ ਆ। ਤਾਂ ਮੈਂ ਚਾਹਾਂਗਾ ਪਹਿਲਾਂ ਦੱਸੋ ਵੀ
ਕਲਮ ਦੇ ਨਾਲ ਜੁੜਨ ਦਾ ਕਿੱਦਾਂ ਸਬਬ ਬਣ ਗਿਆ? ਕਦੋਂ ਪਤਾ ਲੱਗਣ ਲੱਗ ਗਿਆ ਮਨਜੀਤ ਇੰਦਰਾ ਇੱਕ ਪੋਇਟ ਬਣਨਾ ਚਾਹੁੰਦੀ ਆ, ਉਹ ਲਿਖ ਲੈਂਦੀ ਆ, ਉਹਦੀ ਪੋਇਟ 'ਚ ਦਮ ਆ? ਤਾਂ ਇਹ ਸਫ਼ਰ ਕਦੋਂ ਸ਼ੁਰੂ ਹੋ ਜਾਂਦਾ? ਮੈਂ ਇਹ ਵੀ ਗੱਲ ਬੜੀ ਵਾਰ ਕਰ ਚੁੱਕੀ ਹਾਂ ਜੀ। ਇਹਦੇ ਬਾਰੇ ਪਰਟੀਕੂਲਰ ਤਾਂ ਮੈਂ ਕੁਝ ਨਹੀਂ ਕਹਿ ਸਕਦੀ ਜੀ। ਮੈਂ ਉਦੋਂ ਲਿਖਣਾ ਸ਼ੁਰੂ ਕੀਤਾ। ਮੈਂ ਜਿਵੇਂ ਪਹਿਲਾਂ ਵੀ ਦੱਸਿਆ ਕਿ ਵੀ ਮੈਂ ਇੱਕ ਬੜੇ ਪੜ੍ਹੇ ਲਿਖੇ ਪਰਿਵਾਰ ਦੀ ਕੁੜੀ ਹਾਂ ਜੀ। ਕਿ ਮੈਂ ਉਹ ਇਹ ਰੈਪੂਟੇਸ਼ਨ ਜੀ ਲੱਗੂਗੀ, ਪਰ ਤੁਹਾਡੇ ਦਰਸ਼ਕਾਂ ਲਈ ਸ਼ਾਇਦ ਇਹ ਜ਼ਰੂਰੀ ਹੋਵੇ ਕਿ ਮੇਰੇ ਪਿਤਾ ਮੇਰੇ ਟੀਚਰ, ਮੇਰੇ ਅਧਿਆਪਕ, ਮੇਰੇ ਬੌਸ, ਹੈਡਮਾਸਟਰ, ਡਿਸਟ੍ਰਿਕਟ ਐਜੂਕੇਸ਼ਨ ਆਫਿਸਰ, ਜ਼ਿਲ੍ਹਾ ਸਿੱਖਿਆ ਅਫਸਰ, ਤੇ ਮੇਰੀ ਮਾਂ ਉਸ ਵੇਲੇ ਦੀ ਵਿਸ਼ਾਰਦ, ਜਿਹਨੂੰ ਬਾਅਦ ਵਿੱਚ MA ਦਾ ਦਰਜਾ ਦਿੱਤਾ ਗਿਆ ਸੀ, ਮਿਊਜ਼ਿਕ ਵੋਕਲ ਜੀ। ਤੋ ਇਹ ਵੀ ਕਿ ਮੇਰੇ ਘਰ 'ਚ ਬੜੀਆਂ ਕਿਤਾਬਾਂ ਸੀਗੀਆਂ। ਮੇਰੇ ਪਿਤਾ ਨੂੰ ਪੜ੍ਹਨ ਲਿਖਣ ਦਾ ਬੜਾ ਸ਼ੌਕ ਸੀ। ਮੈਗਜ਼ੀਨ ਹੁੰਦੇ ਸੀ, ਥੋੜ੍ਹੇ ਜਿਹੇ ਮੈਗਜ਼ੀਨ ਹੁੰਦੇ ਸੀ। ਕਵਿਤਾ ਹੁੰਦਾ ਸੀਗਾ, RC ਸੀ, ਪ੍ਰੀਤ ਲੜੀ ਸੀ, ਜਨ ਸਾਹਿਤ ਸੀ, ਪੰਜਾਬੀ ਦੁਨੀਆ ਸੀ, ਅੰਗਰੇਜ਼ੀ ਦਾ ਡਾਇਜੈਸਟ ਹੁੰਦਾ ਸੀ, ਹਿੰਦੀ ਦੇ ਮੈਗਜ਼ੀਨ ਹੁੰਦੇ ਸੀ, ਧਰਮਯੁਗ ਹੁੰਦਾ ਸੀ, ਡਾਇਜੈਸਟ ਸੀ ਅੰਗਰੇਜ਼ੀ 'ਚ। ਸੋ ਕੁਦਰਤੀ ਤੌਰ ਤੇ ਇਹ ਘਰ ਵਿੱਚ ਹੈਗਾ ਤੇ ਮੈਂ ਉਹਨੂੰ ਬੱਚਾ ਦੇਖੂਗਾ, ਕੁਦਰਤੀ ਤੌਰ ਤੇ ਉਹਨਾਂ ਨੂੰ ਮੈਂ ਪੜ੍ਹਦੀ ਸੀ, ਦੇਖਦੀ ਸੀ। ਕਵਿਤਾਵਾਂ ਮੈਨੂੰ ਚੰਗੀਆਂ ਲੱਗਦੀਆਂ ਸੀ। ਉਹਦੇ ਵਿੱਚ ਖਾਸ ਤੌਰ ਤੇ ਘਰ 'ਚ ਕਿਤਾਬਾਂ ਸੀ ਪ੍ਰੋਫੈਸਰ ਮੋਹਨ ਸਿੰਘ ਦੀਆਂ, ਅਮਰਤਾ ਪ੍ਰੀਤਮ ਦੀਆਂ, ਨਾਵਲ ਸੀ ਨਾਨਕ ਸਿੰਘ ਦੇ। ਤੋ ਮੈਂ ਇਹ ਵੀ ਮੈਨੂੰ ਕਵਿਤਾ ਨੇ ਮੈਨੂੰ ਆਪਣੇ ਵੱਲ ਖਿੱਚਿਆ। ਤੋ ਮੈਨੂੰ ਉਹ ਕਵਿਤਾਵਾਂ ਚੰਗੀਆਂ ਲੱਗੀ। ਸਮਝ ਵੀ ਨਹੀਂ ਸੀ ਆਉਂਦੀ ਹੁੰਦੀ ਇਹ ਮੁਹੱਬਤ, ਇਸ਼ਕ। ਅੱਜ ਕੱਲ੍ਹ ਦੇ ਤਾਂ ਬੱਚੇ ਹੋਰ ਤਰ੍ਹਾਂ ਦੇ ਨੇ। ਸਾਡੇ ਵੇਲੇ ਤਾਂ ਕੋਈ ਮੀਡੀਆ ਨਹੀਂ ਸੀ, ਕੋਈ ਕੁਛ ਨਹੀਂ ਸੀ, ਤੋ ਉਹ ਨਹੀਂ ਸਮਝ ਆਉਂਦੀ ਸੀ। ਪਰ ਉਹ ਜਿਹੜਾ ਵਹਿਣ ਵਹਿੰਦਾ ਸੀ ਬੜਾ ਅੱਛਾ ਲੱਗਦਾ ਸੀ। ਫਿਰ ਉਹ ਕੰਪੀਟੀਸ਼ਨਸ ਹੋਣੇ, ਪਿਤਾ ਨਾਲ ਕਵਿਤਾ ਯਾਦ ਕਰਾਉਣੀਆਂ। ਅਮਰਤਾ ਪ੍ਰੀਤਮ ਦੀ ਕਵਿਤਾ ਜਾਖਾਂ ਵਾਰੇ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ, ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ, ਉਹਨੂੰ ਗਾਉਣਾ। ਸੋ ਇਹ ਇਸ ਤਰ੍ਹਾਂ ਨਾਲ ਮੇਰੇ ਵੇਲੇ ਕੋਈ ਸੁਖਾਵਾਂ ਸਮਾਂ ਨਹੀਂ ਸੀ। ਜੰਗਾਂ ਯੁੱਧਾਂ ਦਾ ਸਮਾਂ ਸੀ। 62 ਵਿੱਚ ਚੀਨ ਨੇ ਹਮਲਾ ਕਰਤਾ, 65 ਵਿੱਚ ਪਾਕਿਸਤਾਨ ਨੇ ਹਮਲਾ ਕਰਤਾ, 70 'ਚ ਫਿਰ ਹਮਲਾ ਕਰਤਾ। ਸੋ ਇਹ 72 'ਚ। ਸੋ ਇਹਨਾਂ ਦਿਨਾਂ ਵਿੱਚ ਉੱਥੇ ਕੋਈ ਮੁਹੱਬਤ ਦੀਆਂ ਗੱਲਾਂ ਮਾਨਾ ਨਹੀਂ ਸੀ ਰੱਖਦੀਆਂ। ਉੱਥੇ ਕੀ ਸੀਗਾ ਕਿ ਦੇਸ਼ ਪਿਆਰ ਦੇ ਗੀਤ ਹੁੰਦੇ ਸੀ। ਕਿੰਨੇ ਖੂਬਸੂਰਤ ਗੀਤ ਸੀ। ਐ ਮੇਰੇ ਪਿਆਰੇ ਵਤਨ, ਐ ਮੇਰੇ ਵਿਛੜੇ ਚਮਨ, ਤੁਝ ਪੇ ਦਿਲ ਕੁਰਬਾਨ। ਕਿ ਉਹ ਲਤਾ ਮੰਗੇਸ਼ਕਰ ਨੇ ਗਾਇਆ, ਐ ਮੇਰੇ ਵਤਨ ਕੇ ਲੋਗੋ ਜ਼ਰਾ ਆਂਖ ਮੇਂ ਭਰ ਲੋ ਪਾਣੀ। ਸੋ ਰੇਡੀਓ ਸਟੇਸ਼ਨ ਜਲੰਧਰ ਤੋਂ, ਮੈਂ ਫੇਰ ਕਹਿੰਦੀ ਹਾਂ, ਮੈਂ ਇਹ ਦੁਬਾਰਾ ਦੱਸਣ ਲੱਗੀ ਹਾਂ ਇੱਥੇ ਕਿ ਰੇਡੀਓ ਸਟੇਸ਼ਨ ਜਲੰਧਰ ਤੋਂ ਸ਼ਾਮ ਨੂੰ 5 ਵਜੇ ਇੱਕ ਪ੍ਰੋਗਰਾਮ ਹੁੰਦਾ ਸੀ ਜਿਹਦੇ ਵਿੱਚ ਇੱਕ ਦੇਸ਼ ਪਿਆਰ ਦਾ ਗੀਤ ਬੋਲ ਕੇ ਲਿਖਾਇਆ ਜਾਂਦਾ ਸੀ ਜੀ। ਉਹਨੂੰ ਫਿਰ ਗਾਉਣਾ ਸਿਖਾਇਆ ਜਾਂਦਾ ਸੀ। ਉਹ ਗੀਤ ਨੂੰ ਮੇਰੇ ਮਾਤਾ ਪਿਤਾ ਦੋਨੋਂ ਲਿਖਦੇ ਸੀ, ਫਿਰ ਉਹ ਤਰਜ਼ ਨੂੰ ਕਰਦੇ ਸੀ, ਫਿਰ ਉਹ ਮੈਨੂੰ ਸਿਖਾਉਂਦੇ ਸੀ। ਤੋ ਮੇਰੇ ਕਲਾਸ ਫੈਲੋਜ਼ ਨੇ ਜਾਂ ਮੇਰੇ ਅਧਿਆਪਕ ਨੇ, ਉਹ ਜਾਣਦੇ ਹੋਣਗੇ ਕਿ ਮੈਂ ਰੋਜ਼ ਅਸੈਂਬਲੀ ਵਿੱਚ ਇੱਕ ਨਵਾਂ ਦੇਸ਼ ਪਿਆਰ ਦਾ ਗੀਤ ਗਾਇਆ ਕਰਦੀ ਸੀ ਜੀ। ਸੋ ਉਹਨਾਂ ਦਿਨਾਂ ਵਿੱਚ ਹੀ ਮਤਲਬ ਕਿ ਉਹ ਕਹਿੰਦੇ ਨੇ ਵੀ ਨੇੜੇ ਤੇੜੇ ਰਹਿਣਾ। ਜੇ ਮੈਂ ਕਹਿੰਦੀ ਹਾਂ ਮੇਰੇ ਘਰ ਦੇ ਵਿੱਚ ਇਹ ਮਾਹੌਲ ਸੀ ਲਿਖਣ ਪੜ੍ਹਨ ਦਾ, ਤੇ ਮੈਨੂੰ ਅਧਿਆਪਕ ਮੇਰੇ ਬਹੁਤ ਵਧੀਆ ਮਿਲੇ ਜੀ। ਮੇਰੇ ਅਧਿਆਪਕ, ਜਦੋਂ ਮੈਂ 5ਵੀਂ ਜਮਾਤ ਤੋਂ, ਪਹਿਲੀ ਤੋਂ 5ਵੀਂ ਡਿਸਟ੍ਰਿਕਟ ਮਹਿੰਦਰਗੜ੍ਹ 'ਚ ਪੜ੍ਹੀ ਹਾਂ। ਮੈਂ ਇਹ ਵੀ ਦੱਸਦੇ ਹਾਂ ਕਿ ਵੀ ਪੁਰਾਣਾ ਪੰਜਾਬ ਹੁੰਦਾ ਸੀਗਾ ਜੀ, ਤੇ ਮੇਰੇ ਪਿਤਾ ਨੂੰ ਇਹ ਸ਼੍ਰੇਅ ਜਾਂਦਾ ਹੈ ਕਿ ਜਿਹੜਾ ਸਕੂਲ ਮਿਡਲ ਤੋਂ ਹਾਈ ਹੁੰਦਾ ਸੀ, ਉਹਨੂੰ ਰਵਾਂ ਕਰਨ ਵਾਸਤੇ, ਉਹਨੂੰ ਚਲਾਉਣ ਵਾਸਤੇ, ਉਹਨੂੰ ਪੱਕਾ ਕਰਨ ਵਾਸਤੇ ਮੇਰੇ ਪਿਤਾ ਨੂੰ ਇੱਕ ਹੈਡਮਾਸਟਰ ਦੇ ਤੌਰ ਤੇ ਭੇਜਿਆ ਜਾਂਦਾ ਸੀ। ਤੋ ਡਿਸਟ੍ਰਿਕਟ ਮਹਿੰਦਰਗੜ੍ਹ ਦੇ ਵਿੱਚ ਰੇਵਾੜੀ ਕੋਲ ਕਨੀਨਾ ਕਸਬਾ ਸੀ, ਜਿੱਥੇ ਗਏ। ਤੇ ਮੈਂ ਪਹਿਲੀ ਤੋਂ 5ਵੀਂ ਤੱਕ ਮੈਂ ਆਪਣੀ ਸੁਰਤ ਵੀ ਉੱਥੇ ਸਾਂਭੀ। ਪਹਿਲੀ ਤੋਂ 5ਵੀਂ ਤੱਕ ਉੱਥੇ ਮੇਰੇ ਮਾਸਟਰ ਹੁੰਦੇ ਸੀ ਰਾਮ ਪ੍ਰਤਾਪ ਜੀ। ਉਹਨਾਂ ਦਾ ਪੜ੍ਹਾਉਣਾ, ਉਹਨਾਂ ਦਾ ਮੈਨੂੰ ਖਾਸ ਤੌਰ ਤੇ ਕਵਿਤਾ ਪੜ੍ਹਾਉਣੀ। ਜਦੋਂ ਉਠੋ ਜੀਜੀ ਪੜ੍ਹੇ ਤੋ ਉਹ ਸਾਰਾ ਮਾਹੌਲ। ਫਿਰ ਜਦੋਂ ਮੈਂ ਇੱਧਰ ਪੰਜਾਬ 'ਚ ਆਈ ਹਾਂ, ਤੋ ਪੰਜਾਬ 'ਚ ਆ ਕੇ ਇੱਕਦਮ ਹਿੰਦੀ ਹਰਿਆਣਵੀ ਤੋਂ ਟੁੱਟ ਕੇ ਤੁਸੀਂ
ਆ ਜਾਂਦੇ ਹੋ ਪੰਜਾਬੀ ਦੇ ਪੰਜਾਬੀ ਦੇ ਉੱਤੇ ਵਿੱਚ ਇੱਕਦਮ ਤੇ ਜੀ ਕਿੰਨਾ ਕੁ ਤੁਹਾਨੂੰ ਅਟਪਟਾ ਲੱਗਦਾ ਹੋਏਗਾ, ਉਹ ਸਾਰਾ ਸੰਭਾਲਣਾ ਕਿੰਨਾ ਕੁ ਔਖਾ ਲੱਗਦਾ ਉਹ ਬੋਲਣਾ। ਮੈਂ ਜਿਹੜਾ ਫਟਾਫਟ ਕੀਤਾ ਜੀ 5ਵੀਂ ਤੋਂ 10ਵੀਂ ਤੱਕ ਮੈਂ ਪੜ੍ਹੀ। ਔਰ ਮੇਰੇ ਅਧਿਆਪਕ ਸਨ ਗਿਆਨੀ ਭਾਗ ਸਿੰਘ, ਜਿਨ੍ਹਾਂ ਨੇ ਮੇਰੇ ਅੰਦਰ ਬੈਠੇ ਲੇਖਕ ਨੂੰ ਦੇਖਿਆ। ਮੇਰਾ ਖਿਆਲ ਹੈ 4.5 ਪੌਣੇ 5 ਸਾਲ ਦੀ ਹੋਊਂਗੀ ਮੈਂ। ਅੱਛਾ। ਜੀਂਦ ਸਾਡੇ ਘਰ ਦੇ ਸਾਹਮਣੇ ਉਹ ਰਹਿੰਦੇ ਸੀ, ਚਵਾਰੇ ਦੇ ਸਾਹਮਣੇ ਇੱਕ ਗੁਰਦੁਆਰਾ ਹੁੰਦਾ ਸੀ। ਜੀ ਜੀ। ਤੋ ਉਸ ਗੁਰਦੁਆਰੇ ਦੇ ਵਿੱਚ ਮੇਰਾ ਖਿਆਲ ਹੈ ਕੋਈ ਜਨਮ ਦਿਨ ਸੀ ਗੁਰੂ ਗੋਬਿੰਦ ਸਿੰਘ ਦਾ ਜਾਂ ਕਿਸ ਤਰ੍ਹਾਂ ਜੀ। ਤੋ ਉਹ ਬੱਚੇ ਗਾ ਰਹੇ ਸੀ, ਅੱਜ ਗੁਰੂ ਨਾਨਕ ਨੇ ਆਉਣਾ ਅੱਛਾ ਜੀ, ਅੱਜ ਗੁਰੂ ਗੋਬਿੰਦ ਸਿੰਘ ਨੇ ਆਉਣਾ ਅੱਛਾ ਜੀ। ਉਹ ਗਾ ਰਹੇ ਆ ਤੇ ਮੈਂ ਆਪਣੀ ਮਾਂ ਨੂੰ ਕਿਹਾ ਬੀਜੀ ਮੈਨੇ ਵੀ ਗਾਣਾ ਹੈ। ਤਾਂ ਮੈਨੂੰ ਡਿਸਕਰੇਜ ਨਹੀਂ ਕੀਤਾ ਉਹਨਾਂ ਨੇ। ਜਦੋਂ ਮੈਂ ਕਾਫੀ ਮਗਰ ਪਈ, ਨਹੀਂ ਮੈਨੇ ਤਾਂ ਗਾਣਾ ਹੈ, ਮੈਨੇ ਵੀ ਜਾਣਾ ਹੈ, ਤਾਂ ਉਹਨਾਂ ਨੇ ਮੈਨੂੰ ਇੱਕ ਮੇਰੀ ਮਾਂ ਤੇ ਪਿਤਾ ਨੇ ਜਾਂ ਮਾਂ ਨੇ, ਮੈਨੂੰ ਨਹੀਂ ਪਤਾ, ਕਿ ਇੱਕ ਧਾਰਮਿਕ ਗੀਤ ਲਿਖਿਆ ਕਿ ਸੋਹਣਾ ਚੰਦ ਪਟਨੇ ਵਿੱਚ ਚੜਿਆ ਕਿ ਦੁਨੀਆ ਤਾਰਨ ਨੂੰ, ਪਿਤਾ ਗੁਰਾਂ ਜੀ ਦਾ ਤੇਗ ਬਹਾਦਰ, ਮਾਤਾ ਗੁਜਰੀ ਜਾਏ ਕਿ ਦੁਨੀਆ ਤਾਰਨ। ਸੋ ਲਿਖਿਆ, ਮੈਨੂੰ ਸਿਖਾਇਆ। ਮੈਨੂੰ ਯਾਦ ਹੈ ਕਿ ਵੀ ਮੈਂ ਆਪਣੀ ਮਾਂ ਦੀ ਕਰੀਮ ਕਲਰ ਦੀ ਸ਼ਾਲ ਲੈ ਕੇ, ਚੌਰੀ ਸ਼ਾਲ, ਗੁਰਦੁਆਰੇ ਦੀ ਸਟੇਜ ਦੇ ਉੱਤੇ ਮੈਂ ਗਾ ਰਹੀ ਹਾਂ ਤੇ ਉਸ ਵੇਲੇ ਮੈਨੂੰ 51 ਰੁਪਏ ਇਨਾਮ ਦਿੱਤਾ ਗਿਆ ਸੀ। ਅੱਛਾ। ਤੋ ਹੁਣ ਜੇ ਕਹੋ ਜੀ ਉਹੋ ਜੀ ਅਰਦਾਸ ਮੇਰੇ ਨਾਲ ਚੱਲਦੀ ਹੈ ਜਾਂ ਕੀ ਹੈ, ਤਾਂ ਮੈਂ ਨਹੀਂ ਕਹਿੰਦੀ। ਸੋ ਉਸ ਏਜ ਵਿੱਚ ਮੇਰੇ ਮਾਤਾ ਪਿਤਾ ਦਾ ਮੈਨੂੰ ਸਟੇਜ ਤੇ ਲੈ ਕੇ ਆਉਣਾ ਵੀ ਵੱਡੀ ਗੱਲ ਸੀ। ਤੋ ਗਿਆਨੀ ਭਾਗ ਸਿੰਘ ਨੇ ਮੇਰੇ ਅੰਦਰ ਦੇਖਿਆ ਕਿ ਵੀ ਇੱਕ ਚਿਣਗ ਹੈ। ਮੈਨੂੰ ਕਹਿੰਦੇ ਕਾਗਜ਼ ਦੇ ਇੱਕ ਪਾਸੇ ਲਿਖ ਕੇ ਲੈ ਕੇ ਆ, ਤੇ ਅਗਲੇ ਦਿਨ ਉਹ ਇੱਕ ਲੇਖ ਸੀਗਾ, ਇਹ ਮੇਰੇ ਪਿਆਰੇ ਵਤਨ। ਮੈਂ ਲੈ ਕੇ ਗਈ। ਉਹਨਾਂ ਨੇ ਇੱਕ ਖਾਕੀ ਰੰਗ ਦੀ ਸਾਡੀ ਰਫ ਕਾਪੀ ਹੁੰਦੀ ਸੀ, ਉਹਦੇ ਤੇ ਮੈਨੂੰ ਇੱਕ ਲੈਟਰ ਲਿਖਾਈ। ਬੜਾ ਚਿਰ ਮੈਂ ਉਹ ਲੈਟਰ ਸਾਂਭ ਕੇ ਰੱਖੀ ਉਹ ਜੀ। ਤੇ ਉਹਦੇ ਵਿੱਚ ਮੈਂ ਸਿਰਫ ਕਵਿਤਾ ਦਾ ਨਾਂ ਬਦਲ ਦੇਣਾ ਤੇ ਆਪਣਾ ਐਡੀਟਰ ਦਾ ਨਾਮ ਬਦਲ ਦੇਣਾ ਤੇ ਉਹ ਪੋਸਟ ਕਰਨੀ, ਕਾਫੀ ਦੇਰ ਸੰਭਾਲ ਕੇ ਰੱਖੀ। ਸੋ ਬੀਬਾ ਰਾਣਾ ਇੱਕ ਮੈਗਜ਼ੀਨ ਛਪਦਾ ਹੁੰਦਾ ਸੀ ਅੰਮ੍ਰਿਤਸਰ ਤੋਂ ਜੀ। ਇਹ ਆਪਣਾ ਧਨਵੰਤ ਸਿੰਘ ਸੀਤਲ 2 ਮੈਗਜ਼ੀਨ ਕੱਢਦੇ ਸੀਗੇ, ਬੀਬਾ ਰਾਣਾ ਤੇ ਭਾਰਤੀ ਨਾਰੀ। ਬਾਅਦ ਚ ਮੈਂ ਭਾਰਤੀ ਨਾਰੀ ਵਿੱਚ ਵੀ ਛਪੀ ਆ, ਲੇਕਿਨ ਬੀਬਾ ਰਾਣਾ ਦੇ ਵਿੱਚ ਮੈਂ ਸਭ ਤੋਂ ਪਹਿਲਾਂ 1962 ਵਿੱਚ, ਜਦੋਂ ਮੈਂ 7ਵੀਂ ਜਮਾਤ ਚ ਪੜ੍ਹਦੀ ਸੀ, 12 ਸਾਲ ਦੀ ਸੀ ਉਦੋਂ। ਤਾਂ ਫਿਰ ਤੁਸੀਂ ਪਹਿਲੀ ਵਾਰ ਮੈਂ ਉਦੋਂ ਛਪੀ ਆ, ਤੇ ਸ਼ਾਇਦ ਮੈਂ ਉਦੋਂ ਬਾਅਦ ਪਿੱਛੇ ਮੁੜ ਕੇ ਨਹੀਂ ਵੇਖਿਆ। ਤੇ ਵੀ ਜੀ ਚਲੋ ਸ਼ੌਂਕ ਹੁੰਦਾ ਆ, ਆਪਾਂ ਲਿਖਦੇ ਹਾਂ, ਸਕੂਲ 'ਚ ਕਵਿਤਾਵਾਂ ਪੜ੍ਹੀਆਂ ਜਾਂਦੀਆਂ, ਕਾਲਜ ਦੇ ਵਿੱਚ ਪੜ੍ਹੀ ਜਾਂਦੀਆਂ, ਪਰ ਇੱਕ ਉਦੋਂ ਕਈ ਵਾਰ ਲੋਕ ਪਛਾਣ 'ਚ ਉਦੋਂ ਆਉਂਦੀ ਜਦੋਂ ਤੁਹਾਡੀ ਕਿਤਾਬ ਛਪ ਕੇ ਆਉਂਦੀ ਹੈ। ਪਹਿਲਾਂ ਕਹਿੰਦਾ ਹਾਂ ਵੀ ਕਿਤਾਬ ਛਪ ਗਈ, ਫਿਰ ਇੱਕ ਹੌਸਲਾ ਜਿਹਾ ਹੋ ਵੱਧ ਜਾਂਦਾ ਹੋਰ ਜ਼ਿਆਦਾ, ਹੈ ਨਾ। ਤਾਂ ਪਹਿਲੀ ਕਿਤਾਬ ਆਪਣੇ ਆਪ ਦੇ ਵਿੱਚ ਕਿਸੇ ਲੇਖਕ ਲਈ ਵੱਡੀ ਪ੍ਰਾਪਤੀ ਹੁੰਦੀ ਹੈ। ਤਾਂ ਉਹ ਕਿਤਾਬ ਤੱਕ ਦਾ ਸਫ਼ਰ ਵਿੱਚ ਕੀ ਕੁਝ ਹੋਇਆ, ਥੋੜ੍ਹਾ ਬਹੁਤ ਸਾਡੇ ਨਾਲ ਥੋੜ੍ਹੇ ਸ਼ਬਦਾਂ ਜ਼ਰੂਰ ਸਾਂਝਾ ਕਰੋ। ਉਹੀ ਗੱਲ ਹੈ, ਰੈਪੀਟੀਸ਼ਨ ਹੀ ਕਰੂੰਗੀ ਮੈਂ। ਉਹ ਪਈ ਅੰਤਿਕਰਨ ਕਿਤਾਬ, ਮੇਰੀ ਪਹਿਲੀ ਕਿਤਾਬ ਜੀ। ਮੈਂ MS ਰੰਧਾਵਾ ਹੋਣਾ ਨੂੰ ਚਿੱਠੀ ਲਿਖੀ ਜੀ। ਇਹ ਗੱਲ 1969 ਦੀ ਹੈ, 69 ਦੀ, ਕਿ ਉਦੋਂ ਵਾਈਸ ਚਾਂਸਲਰ ਹੁੰਦੇ ਸੀ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਜੀ। ਤੋ ਘਰ ਗੱਲਾਂ ਗੁੱਲਾਂ ਹੁੰਦੀਆਂ ਰਹਿੰਦੀਆਂ ਸੀ ਰੰਧਾਵਾ ਸਾਹਿਬ ਬਾਰੇ। ਤੋ ਮੈਂ ਉਹ ਚਿੱਠੀ ਲਿਖੀ ਉਹਨਾਂ ਨੂੰ ਕਿ ਮੈਂ ਕਵਿਤਾ ਲਿਖਦੀ ਹਾਂ ਤੇ ਮੇਰੀ ਕਿਤਾਬ ਦਾ ਮੁੱਖਬੰਧ ਲਿਖੋ। 2 ਮਹੀਨੇ ਜਵਾਬ ਨਹੀਂ ਆਇਆ ਜੀ। ਤੇ 2 ਮਹੀਨੇ ਤੋਂ ਬਾਅਦ ਜਵਾਬ ਆਉਂਦਾ ਕਿ ਮੇਰੀ ਪਿਆਰੀ ਮਨਜੀਤ ਇੰਦਰਾ, ਖਿਮਾ ਕਰਨਾ ਕਿ ਮੈਂ 2 ਮਹੀਨੇ ਪਛੜ ਕੇ ਦੇਸੋਂ ਬਾਹਰ ਗਏ ਹੋਣ ਕਰਕੇ 2 ਮਹੀਨੇ ਪਛੜ ਕੇ ਜਵਾਬ ਦੇ ਰਿਹਾ ਜੀ। ਤੇ ਇਹ ਫਿਰ ਜਦੋਂ ਚਿੱਠੀ ਆਈ, ਤੁਸੀਂ ਸਭ ਤੋਂ ਪਹਿਲਾਂ ਪੜ੍ਹੀ ਕਿ ਘਰਦੇ ਨੇ ਪੜ੍ਹੀ? ਘਰਦਿਆਂ ਨੇ। ਪਰ ਦੇਖਣ ਵਿੱਚ ਚਿੱਠੀ ਆਈ ਕਿਹਦੀ ਹੈ, ਵੀ ਸਾਡੀ ਕੁੜੀ ਨੂੰ ਕਿਹਦੀ ਚਿੱਠੀ ਆ ਗਈ ਹੈ। ਹਾਂ। ਤੋ ਫਿਰ ਕੀ ਰਿਐਕਸ਼ਨ ਸੀ? ਬੜੇ ਖੁਸ਼ ਹੋਏ ਵੀ MS ਰੰਧਾਵਾ ਚਿੱਠੀ। ਮੈਂ ਦੱਸਿਆ ਨਾ ਕਿ ਇਹ ਪੜ੍ਹੇ ਲਿਖੇ ਹੋਣ ਦਾ ਕ੍ਰੈਡਿਟ ਜਾਂਦਾ ਮੈਨੂੰ। ਕੁੜੀਆਂ ਨੂੰ ਜਿਹੜੇ ਕੋਈ ਮੇਰੀਆਂ ਚਿੱਠੀਆਂ, ਮੇਰੀਆਂ ਜੀ ਕਵਿਤਾਵਾਂ ਪੜ੍ਹਤੀਆਂ, ਮੈਨੂੰ ਮੇਰੇ ਲਈ ਇਸ ਕਿਸਮ ਦੀ ਕੋਈ ਗੱਲ ਨਹੀਂ ਸੀ ਜੀ। ਇਹ ਹਾਂ, ਮੇਰੀ ਮਾਂ ਵੱਲੋਂ ਇਹ ਸੀ, ਇਹ ਪਿਆਰ ਪਿਊਰ ਦੀਆਂ ਕਵਿਤਾਵਾਂ, ਕੀ ਇਹ ਇਸ਼ਕ ਮੁਸ਼ਕ ਦੀਆਂ ਕਵਿਤਾਵਾਂ ਲਿਖਣੀਆਂ, ਉਹਦਾ ਇੱਕ ਸੀਗਾ। ਲੇਕਿਨ ਮੇਰੇ ਪਿਤਾ ਵੱਲੋਂ
ਫਿਰ ਜਦੋਂ ਲੱਗਾ ਕਿ ਵੀ ਮੇਰੀ ਕੁੜੀ, ਸਾਡੀ ਕੁੜੀ ਲਿਖਦੀ, ਤਾਂ ਫਿਰ ਉਹਨਾਂ ਵੱਲੋਂ ਮੈਨੂੰ ਸਹਿਯੋਗ ਹੀ ਮਿਲਿਆ ਜੀ। ਮੈਨੂੰ ਕਦੀ ਕੋਈ ਐਸਾ ਗੱਲ ਨਹੀਂ ਹੋਈ। ਸੋ ਇਹ ਜਿਹੜੀ ਹੈਗਾ ਕਿ ਵੀ ਫਿਰ ਉਸ ਤੋਂ ਬਾਅਦ ਮੈਨੂੰ ਉਹਨਾਂ ਨੇ, ਰੰਧਾਵਾ ਜੀ ਨੇ ਕਿਹਾ ਕਿ ਕਵਿਤਾ ਦਾ ਮਾਹਰ ਇਸ ਯੂਨੀਵਰਸਿਟੀ 'ਚ ਹੈ ਪ੍ਰੋਫੈਸਰ ਮੋਹਨ ਸਿੰਘ, ਤੁਸੀਂ ਉਹਨੂੰ ਮਿਲੋ। ਤੋ ਪ੍ਰੋਫੈਸਰ ਮੋਹਨ ਸਿੰਘ ਮੇਰੇ ਗੁਰੂ ਰਹੇ, ਮੇਰੇ ਉਹਨਾਂ ਦੇ ਜੀਵਨ ਦੇ ਆਖਰੀ ਸਾਸਾਂ ਤੱਕ ਮੈਂ ਉਹਨਾਂ ਦੇ ਨਾਲ ਰਹੀ ਜੀ। ਮੇਰੇ ਪਿਤਾ ਦੇ ਅਧਿਆਪਕ ਵੀ ਸਨ, ਉਹ ਮੇਰੇ ਦਾਦਾ ਸਮਾਨ ਸਨ। ਮੇਰਾ ਉਹਨਾਂ ਦੇ ਘਰ ਦੇ ਵਿੱਚ ਆਉਣਾ, ਉਹਨਾਂ ਦਾ ਮੇਰੇ ਘਰ ਵਿੱਚ ਇਹ ਕੋਈ ਇਹ ਫਰਕ ਨਹੀਂ ਸੀ। ਪਹਿਲੀ ਇਹ ਕਿਤਾਬ ਦੇ ਵਿੱਚ ਤੁਹਾਡੇ ਵਿਸ਼ੇ ਜਿਹੜੀਆਂ ਰਚਨਾਵਾਂ ਸੀ ਉਹ ਕਿਸ ਨਾਲ ਜ਼ਿਆਦਾ ਸੰਬੰਧਿਤ ਸੀ? ਮੁਹੱਬਤ। ਸਮਾਜ ਆਉਂਦਾ ਤੇ ਉਹ ਮੁਹੱਬਤ ਦੇ ਰਾਹ 'ਚ ਰੋੜਿਆਂ ਵਾਲੇ ਹੀ ਆਉਂਦੇ ਸੀ। ਇਹ ਮੇਰੇ ਮਿੱਥੇ ਹੋਏ ਕਾਲਪਨਿਕ ਮਹਿਬੂਬ ਦੇ ਨਾਂ ਤੇ ਕਵਿਤਾਵਾਂ ਸੀਗੀਆਂ। ਮੇਰੇ ਕੌਣ ਅੰਤਾ ਕਰਨ ਦੀ ਸੁਣਦਾ ਸਜਣ, ਕਿੰਜ ਆਖਾਂ ਕੀ ਕਹੇ ਅੰਤਾ ਕਰਨ। ਤੇ ਤੁਸੀਂ ਬੀਏ ਸੀਗੇ, ਮੈਂ ਕਹਿੰਦਾ ਸੈਕੰਡ ਈਅਰ, 24 ਸਾਲ ਦੀ ਉਮਰ ਜਦੋਂ, ਤੇ ਉਦੋਂ ਫਿਰ ਤੁਹਾਡੇ ਨਾਲ 24 ਸਾਲ ਦੀ, 24 ਸਾਲ ਦੀ, ਲੇਕਿਨ ਕਵਿਤਾਵਾਂ ਲਿਖੀਆਂ ਸਾਰੀਆਂ ਟੀਨੇਜ ਦੇ ਵਿੱਚ। ਮੈਂ ਆਪਣੇ ਪਾਪਾ ਨੂੰ ਇਹ ਵੀ ਰਿਪੀਟ ਹੀ ਕਰਨ ਲੱਗੀ ਹਾਂ, ਮੇਰੇ ਫਾਦਰ ਮੇਰੇ ਦੋਸਤ ਰਹੇ ਨੇ ਜੀ। ਮੇਰੇ ਪਹਿਲੇ ਜਿਹੜੇ ਮੇਰਾ ਮਿੱਤਰ ਸੀ ਉਹ ਮੇਰਾ ਫਾਦਰ ਸੀ। ਪਹਿਲੇ ਸਰੋਤੇ ਹੀ ਫਿਰ ਤੁਹਾਡੇ ਫਾਦਰ ਸਾਹਿਬ ਸੁਣਾਈਆਂ ਕਿਹਨੂੰ ਪਹਿਲਾਂ ਸਭ ਤੋਂ? ਨਾਲ ਦੀ ਸਹੇਲੀਆਂ ਨੂੰ ਸੁਣਾਉਂਦੇ ਹੋਣਗੇ ਨਾਲ ਫਿਰ? ਸੁਣਾਈਆਂ ਸਹੇਲੀਆਂ। ਦੇਖੋ ਇੱਕ ਗੱਲ ਮੈਨੂੰ ਜਿਹੜਾ ਗਿਲਾ ਸਾਰੀ ਜ਼ਿੰਦਗੀ 'ਚ ਗਿਲਾ ਕੀ ਹੈ, ਹੈਡਮਾਸਟਰ ਦੀ ਕੁੜੀ ਹੋਣਾ ਮੇਰੇ ਲਈ ਇਹ ਡਿਸਕ੍ਰੈਡਿਟ ਮੈਨੂੰ ਲੱਗਾ। ਅੱਛਾ। ਕਿਉਂਕਿ ਅੱਜ ਕੱਲ ਤਾਂ ਮਿਨਿਸਟਰ ਦੇ ਕੁੜੀਆਂ ਮੁੰਡਿਆਂ ਨੂੰ ਕੁਝ ਨਹੀਂ ਸਮਝਦੇ। ਸਾਡਾ ਵੇਲਾ ਇਹ ਹੁੰਦਾ ਸੀਗਾ ਕਿ ਹੈਡਮਾਸਟਰ ਬੜੀ ਵੱਡੀ ਚੀਜ਼ ਹੁੰਦਾ ਸੀ, ਪ੍ਰਿੰਸੀਪਲ ਹੈਡਮਾਸਟਰ ਜੀ, ਹੈਨਾ। ਤਾਂ ਉਹ ਇੱਕ ਡਿਸਟੈਂਸ ਜਿਹਾ ਰੱਖਦੇ ਹੁੰਦੇ ਸੀ। ਪਹਿਲਾਂ ਮੈਂ ਮੁੰਡਿਆਂ ਦੇ ਸਕੂਲ 'ਚ ਪੜ੍ਹੀ ਆ, ਪਸੌੜ ਕਨੀਨੇ ਸੀ, ਉਹ ਉੱਥੇ 5-5 ਸਾਲ ਰਹੇ ਆ। ਨਾਲੇ ਉਹ ਜਮਾਤੀਆਂ ਵਾਲਾ ਲੰਬਾ ਸਿਲਸਿਲਾ ਚੱਲਿਆ ਹੀ ਨਹੀਂ। ਤੇ ਦੂਸਰਾ ਉਹ ਸੀ ਕਿ ਉਹ ਹੈਡਮਾਸਟਰਾਂ ਦੀ ਕੁੜੀ ਹੈ। ਇਹ ਲੋਕ ਮਤਲਬ ਮੁੰਡੇ ਕੁੜੀਆਂ ਮੇਰੇ ਨਾਲ ਸਾਂਝ ਪਾਉਣ ਤੋਂ ਥੋੜਾ ਜਿਹਾ ਡਰਦੇ ਸੀ। ਸੋ ਇਹ ਮੇਰੇ ਲਈ, ਹਾਂ ਬਾਕੀ ਬਾਅਦ 'ਚ ਮੇਰੀਆਂ ਸਹੇਲੀਆਂ ਹੋਈਆਂ ਬਣੀਆਂ ਹੈਗੀਆਂ ਨੇ, ਜਿਹਨਾਂ ਨਾਲ ਮੈਂ ਆਪਣੀ ਸ਼ਾਇਰੀ ਸਾਂਝੀ ਕਰਦੀ ਹਾਂ, ਆਪਣੀਆਂ ਦਿਲ ਦੀਆਂ ਗੱਲਾਂ ਅਸੀਂ ਇੱਕ ਦੂਜੇ ਨਾਲ ਕਰਦੀਆਂ। ਲੇਕਿਨ ਉਸ ਵੇਲੇ ਕੋਈ ਇਸ ਤਰ੍ਹਾਂ ਦੀ ਨਹੀਂ ਸੀ। ਉਹ ਸਾਰੀਆਂ ਨਜ਼ਮਾਂ ਮੈਂ ਪ੍ਰੋਫੈਸਰ ਮੋਹਨ ਸਿੰਘ ਨਾਲ ਸਾਂਝੀਆਂ ਕੀਤੀਆਂ ਪਹਿਲੀ ਵਾਰ। ਉਸ ਸਮੇਂ ਸ਼ਾਇਦ ਤੁਹਾਡੀ ਸਹੇਲੀ ਫਿਰ ਤੁਹਾਡੀ ਕਲਮੇ ਸੀ, ਜਿਹੜੀ ਤੁਹਾਡੇ ਨਾਲ ਗੱਲਾਂ ਕਰਦੀ ਸੀ। ਮੇਰੀ ਜਿਹੜੀ ਗੱਲ ਹੈ ਅੰਤਾ ਕਰਨ ਤੋਂ ਬਾਅਦ, ਜੇ ਮੈਂ ਸਮਝਨੀ ਆ, ਅੰਤਾ ਕਰਨ ਨੇ ਤੁਸੀਂ ਮੈਨੂੰ ਪੁੱਛਿਆ ਸੀ ਵੀ ਇਹਦਾ ਕੀ ਰਿਐਕਸ਼ਨ ਸੀ। ਮੈਂ ਇਹ ਕਿਤਾਬ ਹਰੇਕ ਨੂੰ ਜਿਹੜਾ ਘਰੇ ਆਉਂਦਾ ਸੀ ਕੋਈ ਜਾਂ ਕਿਤੇ ਵੀ ਸੀ, ਮੇਰਾ ਖਿਆਲ ਹੈ ਵੀ ਜਿੰਨੇ ਕੁ ਲੇਖਕਾਂ ਨੂੰ ਮੈਂ ਬਾਈ ਪੋਸਟ ਭੇਜ ਸਕਦੀ ਸੀ, ਜਾਂ ਜਾਣਾ ਤਾਂ ਹੁੰਦਾ ਨਹੀਂ ਸੀਗਾ, ਤੋ ਮੈਂ ਹੀ ਮੇਰਾ ਖਿਆਲ ਹੈ ਪਬਲਿਸ਼ਰ ਤੋਂ ਖਰੀਦੀ ਹੋਣੀ ਹੈ। ਛਪੀ ਮੇਰੀ ਇਹ ਉਹਨਾਂ ਨੇ ਕੋਈ ਨਾਨਕ ਸਿੰਘ ਦੇ ਬੇਟੇ, ਨਾਨਕ ਸਿੰਘ ਨਾਵਲਿਸਟ ਦੇ ਬੇਟੇ ਕੁਲਵੰਤ ਸੂਰੀ ਨੇ ਕਿਤਾਬ ਛਾਪੀ ਸੀ ਇਹ ਜੀ। ਤੋ ਮੈਂ ਵੰਡੀਆਂ ਹੀ ਸੀ ਕਿਤਾਬਾਂ ਇਹ, ਲੇਕਿਨ ਇਹਦੇ ਤੇ ਕੋਈ ਚਰਚਾ ਨਹੀਂ ਹੋਈ। ਮੇਰੀ ਹਾਜ਼ਰੀ ਲੱਗੀ ਸੀ ਕਿ ਹਾਂ ਕੋਈ ਮਨਜੀਤ ਇੰਦਰਾ ਹੈ ਜਿਹੜੀ ਆ ਗਈ ਹੈ ਜੀ। ਹਾਂ ਮੇਰੀ ਜਿਹੜੀ ਕਿਤਾਬ ਆਈ, ਜਿਹੜੀ ਜਿਹਦੇ ਨਾਲ ਮੈਂ ਜਾਣੀ ਗਈ, ਉਹ ਆ ਹੈ ਕਿਤਾਬ ਕਾਲਾ ਬਾਗ, ਜਿਹਦੀ ਇੱਕ ਇੱਕ ਨਜ਼ਮ ਦੇ ਉੱਤੇ ਆਰਟੀਕਲ ਵੀ ਲਿਖੇ ਗਏ, ਜਿਹਦੀ ਇੱਕ ਇੱਕ ਨਜ਼ਮ ਤੇ ਚਰਚਾ ਹੋਈ। ਕ੍ਰੈਡਿਟ ਜਾਂਦਾ, ਜਦ ਕੋਈ ਵੀ ਕਵੀ ਦਰਬਾਰ ਹੁੰਦਾ ਸੀ, ਡਾਕਟਰ ਵਿਸ਼ਵਨਾਥ ਤਿਵਾੜੀ ਉਹਨਾਂ ਦਿਨਾਂ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਦੇ ਹੈੱਡ ਹੁੰਦੇ ਸੀ। ਮਾਹੌਲ ਦਾ ਫਰਕ ਬੜਾ ਸੀ। ਉਸ ਵੇਲੇ ਸ਼ਾਇਰੀ ਗੂੰਜਦੀ ਸੀ, ਉਸ ਵੇਲੇ ਨਹੀਂ ਸੀ ਗੂੰਜਦਾ ਵੀ ਇਹ ਕੁੜੀ ਹੈ ਕਿ ਇਹ ਮੁੰਡਾ ਹੈ। ਉਹ ਸ਼ਾਇਦ ਹੁੰਦਾ ਹੋਵੇ, ਲੇਕਿਨ ਇੰਨਾ ਹਾਵੀ ਨਹੀਂ ਸੀ। ਕੌਣ ਖੂਬਸੂਰਤ ਕਵਿਤਾ ਜਾਂਦੀ ਸੀ ਅੱਗੇ, ਖੂਬਸੂਰਤ ਆਵਾਜ਼ ਅੱਗੇ ਜਾਂਦੀ ਸੀ। ਤੋ ਜਿਹਦੇ ਵਿੱਚ ਡਾਕਟਰ ਅਤਰ ਸਿੰਘ ਨੇ ਫਿਰ ਮੈਨੂੰ ਕਿਹਾ, ਜਦੋਂ ਕਵਿਤਾਵਾਂ ਪੜ੍ਹਦੀ ਸੀ, ਮੈਨੂੰ ਕਹਿੰਦੇ ਸ਼ਾਇਰਾ ਜਦੋਂ ਵੀ ਡਾਕਟਰ ਅਤਰ ਸਿੰਘ ਆਪਣੇ ਆਪ ਦੇ ਵਿੱਚ ਆਲੋਚਨਾ ਦੇ ਵਿੱਚ ਇੱਕ ਬੜਾ ਥੰਮ ਰਿਹਾ ਨਾਮ ਰਿਹਾ। ਤੋ ਮੈਨੂੰ ਕਹਿੰਦੇ ਸ਼ਾਇਰਾ ਜਿਹੜੀ ਕਿਤਾਬ ਤੇਰੀ ਤੂੰ ਛਾਪੇਂਗੀ ਇਹਨਾਂ ਕਵਿਤਾਵਾਂ ਦੀ, ਉਹਦਾ ਮੁੱਖਬੰਦ ਮੈਂ ਲਿਖਾਂਗਾ। ਤੁਸੀਂ ਦੱਸੋ ਇਦੋਂ ਵੱਡਾ ਮੈਨੂੰ ਇਨਾਮ ਕੀ ਹੋ ਸਕਦਾ ਹੈ। ਤੇ ਇਹ ਵੀ ਜੀ ਕਾਲਾ ਬਾਗ ਇਹ ਤੁਹਾਡੀ ਕਿੰਨੀਵੀਂ ਕਿਤਾਬ ਹੈ? ਇਹ ਮੇਰੀ ਦੂਸਰੀ ਕਿਤਾਬ ਸੀ। ਤੋ ਦੂਸਰੀ ਇਸ ਕਿਤਾਬ ਨਾਲ ਮੈਂ ਪੰਜਾਬੀ ਕਵਿਤਾ ਦੇ ਸਾਇਨੇਰੀਓ ਦੇ ਉੱਤੇ ਆਈ ਜੀ। ਲੋਕਾਂ ਨੇ ਜਾਣਿਆ ਕਿ ਗੱਲ ਕਰਦੇ ਕੁਝ ਤੁਸੀਂ ਸੁਣਾਓ ਇਹਦੇ ਵਿੱਚੋਂ ਕੁਝ ਹੋ ਜਾਣ ਦੋ ਸ਼ਬਦ। ਇਹ ਲੰਬੀਆਂ ਕਵਿਤਾਵਾਂ ਨੇ, ਸਾਰੀਆਂ ਲੰਬੀਆਂ ਕਵਿਤਾਵਾਂ ਨੇ।
ਤੇ ਵੀ ਜੀ ਕਦੇ ਨਾਂ ਤੁਸੀਂ ਰੱਖਿਆ ਕਾਲਾ ਬਾਗ, ਅਸਲ 'ਚ ਦੇਖੋ ਜਦੋਂ ਬਾਗਾਂ ਦੀ ਗੱਲ ਆਉਂਦੀ ਹੈ ਤਾਂ ਉਹ ਰੰਗਾਂ ਦੀ ਗੱਲ ਕਰਦੇ ਨੇ, ਹਰਿਆਵਲ ਦੀ ਗੱਲ ਕਰਦੇ ਨੇ, ਫੁੱਲਾਂ ਦੀ ਗੱਲ ਹੁੰਦੀ ਹੈ, ਪਰ ਇਹ ਕਾਲੇ ਬਾਗ ਦੇ ਵਿੱਚ ਕਿਸ ਤਰੀਕੇ ਦੇ ਫੁੱਲ ਨੇ ਫਿਰ? ਇਹ ਮਿਥੀਕਲ ਇੱਕ ਹੈਗਾ ਜੀ। ਕਿ ਕਾਲਾ ਬਾਗ ਇੱਕ ਉਸ ਪਲੇਸ ਮੰਨੀ ਜਾਂਦੀ ਹੈ ਜਿੱਥੇ ਹੀਰ ਤੇ ਰਾਂਝਾ ਮਿਲਦੇ ਰਹੇ, ਹੂੰ। ਤੇ ਮੈਂ ਉਸ ਨੂੰ ਇੱਕ ਨਵੇਂ ਸ਼ਬਦ ਦਿੱਤੇ ਗਏ, ਦੇਣ ਦੀ ਕੋਸ਼ਿਸ਼ ਕੀਤੀ ਹੈ। ਜੀ। ਸਾਰੀ ਔਰਤ ਦੇ ਅੰਦਰ ਬੈਠੀ ਪਰਤ ਦਰ ਪਰਤ ਪਈ ਔਰਤ ਦੀ ਕਹਾਣੀ ਕਹਿਣ ਦੀ ਕੋਸ਼ਿਸ਼ ਕੀਤੀ ਹੈ। ਉਪਰਾਲਾ ਹੈ ਮੇਰਾ ਜੀ। ਕਿ ਮੈਂ ਕਿੱਥੋਂ ਤੱਕ ਕਾਮਯਾਬ ਹੋਈ ਜਾਂ ਕਿੱਥੋਂ ਤੱਕ ਕਾਮਯਾਬ ਨਹੀਂ ਹੋਈ, ਇਹ ਮੈਨੂੰ ਨਹੀਂ ਪਤਾ। ਇੱਕ ਨਜ਼ਮ ਪੜ੍ਹੂੰਗੀ। ਜੀ। ਜਦੋਂ ਮੈਂ ਅਮਰਤਾ ਪ੍ਰੀਤਮ ਜੀ ਨੂੰ ਮਿਲੀ ਹੂੰ। ਤੇ ਉਹਨਾਂ ਨੇ ਮੈਨੂੰ ਕਿਹਾ ਕਿ ਮਨਜੀਤ ਇੰਦਰਾ, ਤੂੰ ਆਜ਼ਾਦੀ ਤੋਂ ਬਾਅਦ ਜੰਮੀ ਹੈ ਹੂੰ। ਤੇ ਇਸ ਆਜ਼ਾਦੀ ਨੂੰ ਕਿੰਜ ਮਹਿਸੂਸ ਕੀਤਾ ਸੀ? ਤੇ ਮੈਂ ਉਹਨਾਂ ਨੂੰ ਕਿਹਾ ਸੀ ਸ਼ਾਇਰਾ ਆ ਤੇ ਮੈਂ ਕਵਿਤਾ 'ਚ ਹੀ ਗੱਲ ਕਰਾਂਗੀ। ਤਾਂ ਮੈਂ ਤੁਹਾਡੇ ਨਾਲ ਉਹ ਜੀ ਨਜ਼ਮ ਸਾਂਝੀ ਕਰਦੀ ਹਾਂ। ਇਹ ਨਾਗਮਣੀ ਦਾ ਹਿੱਸਾ ਰਹੀ ਨਜ਼ਮ। ਜੀ। ਇਸੇ ਤਰ੍ਹਾਂ ਹੀ ਛਪੀ ਸੀ ਆਜ਼ਾਦੀ ਅੰਕ ਦੇ ਵਿੱਚ, ਉਹਨਾਂ ਦੇ ਸਵਾਲ ਤੇ ਮੇਰਾ ਜਵਾਬ। ਜੀ। ਮੱਥੇ ਦੀ ਸਿਲਵਟ ਹੇਠ ਇੱਕ ਚੀਸ ਜਨਮੀ ਤਾਂ ਸੀ, ਪਰ ਦੰਦਾਂ ਹੇਠ ਜੀਭ ਲੈ ਉਸ ਨੂੰ ਨੱਪ ਦਿੱਤਾ। ਬੂੰਦਾਂ ਦੇ ਪ੍ਰਿਜ਼ਮਾਂ ਵਿੱਚ ਹੀ ਮੇਰੇ ਸੁਪਨੇ ਸੱਤ ਰੰਗੇ ਹੁੰਦੇ ਰਹੇ। ਨੀਲੇ ਸਮੁੰਦਰ ਕੰਢੇ ਮੱਛੀਆਂ ਦੇ ਪੇਟ ਤੇ ਔਂਸੀਆਂ ਪਾਉਂਦੀ ਰਹੀ। ਸੁਨਹਿਰੀ ਕਿਰਨਾਂ ਨਾਲ ਅੱਧ ਉਣੀਂਦੀਆਂ ਅੱਖਾਂ ਲੈ ਸਮੁੰਦਰ ਦੀ ਰੇਤ ਤੇ ਬੈਠੀ ਘਰੌਂਦਾ ਉਸਾਰਦੀ ਰਹੀ। ਪਰ ਅਚਾਨਕ ਰੇਤ ਦਾ ਘਰ ਢਹਿ ਗਿਆ। ਮੇਰੇ ਜਜ਼ਬੇ ਜ਼ਖਮੀ ਹੋ ਗਏ ਤੇ ਬਸ ਮੇਰੀਆਂ ਅੱਖਾਂ 'ਚ ਲਟਕਦੇ ਜੁਗਨੂਆਂ ਜਿਹੇ ਸੁਪਨੇ ਕਿਰਨ ਲੱਗੇ ਤੇ ਹੁਣ ਮੱਛੀਆਂ ਤੇ ਔਂਸੀਆਂ ਕੰਢੇ ਦੀ ਰੇਤ ਤੇ ਤੜਪ ਰਹੀਆਂ। ਗਲੀ ਜਦੋਂ ਤੁਸੀਂ ਲਿਖਦੇ ਹੋ ਨਾ ਤਾਂ ਗਾਉਣਾ ਤੇ ਉਹਨੂੰ ਪੇਸ਼ਕਾਰੀ ਕਰਨੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਮਾਇਨੇ ਰੱਖਦੀ ਹੈ, ਕਿਉਂਕਿ ਤੁਹਾਡੇ ਸ਼ਬਦਾਂ ਨੇ ਆਵਾਜ਼ ਨਾਲ ਦੂਜੇ ਦਿਲਾਂ 'ਚ ਵਿੱਚ ਬਹਿ ਜਾਣਾ ਆ। ਤਾਂ ਹੁਣ ਤੁਸੀਂ ਇਹ ਕਿਤੇ ਵੀ ਤਰੰਨੁਮ ਦੇ ਵਿੱਚ ਵੀ ਤੁਸੀਂ ਨਾਲ ਤੁਹਾਡਾ ਪੂਰਾ ਪਿਆਰ ਹੈ ਅਤੇ ਮੈਂ ਕਹਿੰਦਾ ਇਹਦੇ ਵਿੱਚ ਜੇ ਕੋਈ ਹੋਰ ਇਸ ਤਰ੍ਹਾਂ ਦੀ ਕੋਈ ਕਵਿਤਾ ਜਿਹੜੀ ਤਰੰਨੁਮ 'ਚ ਗਾਈ ਜਾ ਸਕੇ ਤਾਂ ਇੱਕ ਹੋਰ ਜ਼ਰੂਰ ਸਾਡੇ ਨਾਲ ਸਾਂਝੀ ਕਰੋ। ਕੋਸ਼ਿਸ਼ ਕਰਦੀ ਹਾਂ ਜੀ। ਬਿਰਹੋਂ ਨਾਗ ਪਲੋ ਪਲ ਡਸਦੇ, ਬਿਰਹੋਂ ਨਾਗ ਪਲੋ ਪਲ ਡਸਦੇ, ਫਾਨੀ ਰਸੀਏ ਖਿੜ ਖਿੜ ਹੱਸਦੇ, ਕਾਲੇ ਬਾਗੀ ਹੀਰ ਸਲੇਟੀ ਤੜਪੇ ਤੇ ਮਰ ਜਾਏ ਜੋਗੀ, ਹੋ ਜੋਗੀ ਹੋ, ਮੁੜ ਕੇ ਫੇਰ ਨਾ ਆਏ। ਇਤਰਾਂ ਦੇ ਸਰਵਰ ਸੁੱਕ ਚੱਲੇ ਹੋ, ਇਤਰਾਂ ਦੇ ਸਰਵਰ ਸੁੱਕ ਚੱਲੇ, ਮੁੜ ਗਏ ਹੰਸ ਤੇ ਹਾਏ ਜੋਗੀ, ਮੁੜ ਕੇ ਫੇਰ ਨਾ ਆਏ। ਜੋਗੀ ਹੋ ਜੋਗੀ ਹੋ ਜੋਗੀ ਹੋ, ਮੁੜ ਕੇ ਫੇਰ ਨਾ ਆਏ। ਸਿਦਕ ਦੀ ਮਿੱਟੜੀ ਕਦੇ ਨਾ ਖੁਰਦੀ ਹੋ, ਸਿਦਕ ਦੀ ਮਿੱਟੜੀ ਕਦੇ ਨਾ ਖੁਰਦੀ, ਮਰ ਮਰ ਬਣਦੀ ਆਤਸ਼ ਪੁੱਜਦੀ, ਨੈਣ ਨਿਬਾਣੇ ਨਿਸ ਦਿਨ ਰਹਿੰਦੇ, ਦਰਸ਼ਨ ਦੇ ਤਿਰਹਾਏ ਜੋਗੀ ਹੋ ਜੋਗੀ
ਓ ਮੁੜ ਕੇ ਫੇਰ ਨਾ ਆਏ। ਵਾਹ ਜੀ ਵਾਹ, ਬਹੁਤ ਖੂਬਸੂਰਤ ਇਹ ਡੌਲੀ ਗੁਲੇਰੀਆ ਨੇ ਗਾਇਆ ਜੀ। ਇੱਕ ਹੋਰ ਨਾਲ ਜਦੋਂ ਜੋਗੀਆਂ ਦੀ ਗੱਲ ਹੁੰਦੀ ਆ ਤਾਂ ਉਹਨਾਂ ਵੱਲੋਂ ਤਾਂ ਇਹ ਕਿਹਾ ਜਾਂਦਾ ਜੋਗੀ ਚੱਲਦੇ ਭਲੇ ਸ਼ਹਿਰ ਵਸਦੇ ਭਲੇ, ਕਿਉਂਕਿ ਜੋਗੀਆਂ ਨੇ ਹੋਰ ਜਗ੍ਹਾ ਤੇ ਜਾ ਕੇ ਹੋਰਾਂ ਦੇ ਵੀ ਕਹਿੰਦੀ ਪਾਰ ਉਤਾਰੇ ਕਰਨੇ ਹੁੰਦੇ ਨੇ। ਖਾਸ ਤੌਰ ਤੇ ਇਸ ਦੇ ਵਿੱਚ ਜਿਹੜਾ ਜੋਗੀ ਮੈਂ ਸ਼ਬਦ ਵਰਤਿਆ ਜੀ ਇਸ ਸਾਰੀ ਕਿਤਾਬ 'ਚ, ਉਹਦੀ ਜਿਹੜੀ ਪਹਿਲੀ ਨਜ਼ਮ ਹੈ ਕਿ ਉਸਨੇ ਕਿਹਾ ਸੀ ਵਰਜਿਤ ਚੀਜ਼ ਤੋਂ ਤੁਸੀਂ ਕਿਸੇ ਨੂੰ ਵਰਜਦੇ ਹੋ, ਤੂੰ ਆ ਨਾ ਕਰੀ, ਆ ਨਾ ਕਰੀ। ਇਹਦੇ ਵਿੱਚ ਜਿਹੜੀ ਮੇਰੀ ਕਵਿਤਾ ਹੀ ਸੀਗੀ ਸ਼ੁਰੂ ਹੀ ਇਸ ਤਰ੍ਹਾਂ ਨਾਲ ਹੋਈ ਸੀ ਕਿ ਉਸਨੇ ਆਖਿਆ ਸੀ ਕਾਲੇ ਬਾਗ ਦੇ ਫੁੱਲਾਂ ਨੂੰ ਆਪਣੇ ਵਾਲਾਂ 'ਚ ਨਾ ਟੁੰਗੀ। ਉਸਨੇ ਇਹ ਵੀ ਕਿਹਾ ਸੀ ਕਾਲੇ ਬਾਗ ਦੇ ਕਿਸੇ ਵੀ ਫਲ ਨੂੰ ਨਾ ਛੂਹੀ, ਨਾ ਕਦੀ ਕਾਲੇ ਬਾਗ ਦੇ ਜੋਗੀ ਦੇ ਟੂਣੇ ਹਾੜੇ ਨੈਣਾਂ 'ਚ ਝਾਕੀ, ਨਾ ਕਦੀ ਉਹਦਾ ਪਰਛਾਵਾਂ ਆਪਣੇ ਉੱਪਰ ਪੈਣ ਦੇਵੀਂ, ਕਦੀ ਉਹਦਾ ਹਾਸਾ ਵੀ ਨਾ ਸੁਣੀ, ਕਦੀ ਉਹਨੂੰ ਮੁਸਕਰਾਉਂਦਿਆਂ ਵੀ ਨਾ ਤੱਕੀ, ਤੇ ਨਾ ਜੋਗੀ ਦੀ ਵੰਝਲੀ ਦੀ ਆਵਾਜ਼ ਆਪਣੇ ਕੰਨੀ ਪੈਣ ਦੇਵੀਂ। ਫਿਰ ਉਸਨੇ ਇੱਕ ਦਿਨ ਲੌਡੇ ਵੇਲੇ ਮੇਰਾ ਹੱਥ ਫੜ ਕੰਬਦੇ ਬੁੱਲਾਂ 'ਚੋਂ ਕਿਹਾ ਸੀ ਜੋਗੀ ਦੀ ਸੇਜ ਸਾਂਝ ਨਾ ਚਿਤਵੀਂ, ਜੋ ਖਾਰੇ ਅੱਗ ਦਾ ਜਾਂ ਡਰ ਕੇ ਕਿਹਾ ਉਸ ਅੱਗ ਦੇ ਦਰਿਆ ਅੱਗੇ ਤੂੰ ਰੇਤ ਵਾਂਗ ਘਿਰ ਜਾਏਂਗੀ, ਉੱਤੇ ਸਿਆਂਗਾਰ ਤੇਰੀ ਦੇਹੀ ਚਮਗਾ ਤੈਨੂੰ ਪਾਗਲ ਕਰ ਟੁਰ ਜਾਏਗਾ ਤੇ ਤੂੰ ਸਵਾਹ ਦੀ ਢੇਰੀ ਹੋ ਡਿੱਗੇਂਗੀ। ਤੂੰ ਉਸ ਮ੍ਰਿਗ ਜਲੀ ਮਗਰ ਵੀ ਨਾ ਭੱਜੀ ਜੋ ਖਾਰੇ ਜੋਗੀ ਹੈ ਜਾਂ ਪ੍ਰੇਤ ਜਾਂ ਖਾਰੇ ਕੀ ਕੋਹਾਂ ਭੱਜਦੀ ਹਫ ਜਾਏਂਗੀ, ਤੁੰਬਾ ਤੁੰਬਾ ਟੁੱਟ ਜਾਏਂਗੀ। ਖਲਾ ਦੀ ਵਿੱਚ ਅੱਖਾਂ ਪਾੜ ਝਾਕਦਾ ਬੋਲਦਾ ਹੀ ਗਿਆ ਕਾਲੇ ਬਾਗ ਦੇ ਤੋਤਿਆਂ ਨੂੰ ਕਦੇ ਚੂਰੀਆਂ ਵੀ ਨਾ ਪਾਈਆਂ, ਤੇਰੇ ਸਤਾਨਾਂ ਨੂੰ ਟੁੱਕ ਉੱਡ ਜਾਣਗੇ। ਪਰ ਮੈਂ ਤਾਂ ਕਾਲੇ ਬਾਗ ਦੇ ਵਿੱਚ ਜੀਣਾ ਚਾਹੁੰਦੀ ਸੀ, ਪਰ ਮੈਂ ਤਾਂ ਕਾਲੇ ਬਾਗ ਦੀਆਂ ਹਵਾਵਾਂ ਨੂੰ ਆਪਣੇ ਪੱਲੂ 'ਚ ਬੰਨ੍ਹ ਲੈਣਾ ਚਾਹੁੰਦੀ ਸੀ। ਸੋ ਇਹ ਸਾਰੀ ਵਰਜਿਤ ਉਹ ਵਰਜਨਾ ਕਾਲੇ ਬਾਗ ਦੇ ਕਾਲੇ ਜਾਦੂ ਤੋਂ ਸ਼ਾਇਦ ਤੂੰ ਬਚ ਕੇ ਰਹੀ। ਇਹ ਸਾਰਾ ਜਿਹੜਾ ਸਿਸਟਮ ਹੈ ਕਿ ਇਹ ਜਿਹੜੀ ਵਰਜਣਾ ਹੁੰਦੀ ਹੈ, ਇਹ ਜਿਹੜੇ ਵਰਜਿਤ ਨੇ ਕਿ ਇਹ ਇਸ ਤੋਂ ਮੇਰਾ ਖਿਆਲ ਕੋਈ ਵੀ ਨਹੀਂ ਬਚ ਸਕਿਆ। ਇਹ ਜਿਹੜੀਆਂ ਵਰਜਣਾਵਾਂ ਨੇ, ਮੁਹੱਬਤ ਹੈ ਜਿਹੜੀ, ਡੈਡੀਕੇਸ਼ਨ ਹੈ ਜਿਹੜੀ, ਇਹ ਸਾਰੀ ਡੈਡੀਕੇਸ਼ਨ ਮੇਰੀ ਜਿਹੜੀ ਇਸ ਔਰਤ ਹੈ ਉਹ ਟੋਟਲ ਡੈਡੀਕੇਟਿਡ ਔਰਤ ਹੈ, ਸਮਰਪਿਤ ਔਰਤ ਹੈ ਇਸ ਕਿਤਾਬ 'ਚ। ਤੇ ਇਹ ਜਿਹੜੀ ਇਹ ਕਿਤਾਬ ਹੈ ਇਹਦੇ ਵਿੱਚ ਤੁਸੀਂ ਕਿੰਨੀਆਂ ਨਜ਼ਮਾਂ ਕਵਿਤਾਵਾਂ ਉਹ ਕੀਤੀਆਂ ਨੇ, ਸ਼ਾਮਿਲ ਕੀਤੀਆਂ ਨੇ? ਇਹਦੇ 'ਚ 20-22 ਕਵਿਤਾਵਾਂ ਹੋਣਗੀਆਂ ਮੇਰਾ ਖਿਆਲ ਹੈ, ਕਿ ਮੈਂ ਕਦੀ ਗਿਣੀਆਂ ਤਾਂ ਹੈ ਨਹੀਂ। ਕਈ ਵਾਰ ਆਪਾਂ ਹੁੰਦਾ ਨਾ ਵੀ ਲਿਖਤਾ ਬਹੁਤ ਲੈਂਦੇ ਆ, ਫਿਰ ਤੁਹਾਨੂੰ ਛਾਂਟੀ ਕਰਨੀ ਪੈਂਦੀ ਹੈ। ਹਾਂ, ਇਹਦੇ 'ਚ ਕੋਈ ਸ਼ੱਕ ਨਹੀਂ, ਉਹ ਅੱਜ ਵੀ ਬਹੁਤ ਸਾਰੀਆਂ ਕਵਿਤਾਵਾਂ ਮੇਰੇ ਕੋਲ ਪਈਆਂ ਹੋਣਗੀਆਂ। ਹਾਂ, ਮੈਂ ਉਹੀ ਕਹਿਣਾ, ਕਾਲੇ ਬਾਗ ਦੀਆਂ ਕੁਝ ਕਵਿਤਾਵਾਂ ਹਜੇ ਤੁਹਾਡੇ ਕੋਲ ਸਾਂਭੀਆਂ ਪਈਆਂ ਨੇ ਉਸ ਸਮੇਂ ਦੀ, ਜਿਹੜੀਆਂ ਕਿਤਾਬ 'ਚ ਸ਼ਾਮਲ ਨਹੀਂ ਹੋ ਸਕੀਆਂ। ਬਿਲਕੁਲ ਹੈਗੀ। ਕੁਝ ਫੁੱਲ, ਕੁਝ ਚੀਜ਼ਾਂ ਹੁੰਦੀਆਂ ਨੇ ਆਪਾਂ ਨੂੰ ਲੁਕੋ ਕੇ ਰੱਖਣੀਆਂ ਪੈਂਦੀਆਂ ਨੇ, ਕੁਝ ਖਾਸ ਦੇ ਲਈ ਆਪਾਂ ਨਹੀਂ ਦੁਨੀਆ ਸਾਹਮਣੇ ਉਹ ਚੀਜ਼ਾਂ ਪੇਸ਼ ਕਰ ਸਕਦੇ ਹੁੰਦੇ। ਨਹੀਂ, ਜਦੋਂ ਤੁਹਾਨੂੰ ਲੱਗਦਾ ਕਿ ਵੀ ਇਹ ਪੇਸ਼ ਕਰਨ ਵਾਲੀਆਂ ਨਹੀਂ, ਇਹ ਪੇਸ਼ ਕੀਤੀਆਂ ਨਹੀਂ ਜਾ ਸਕਦੀਆਂ। ਹੁਣ ਇਹਦੇ 'ਚ ਮੈਂ ਤੁਹਾਨੂੰ ਇੱਕ ਹੋਰ ਤੁਹਾਡੇ ਬਿਨਾਂ ਕਹੇ ਤੋਂ ਸਮਝੀ ਕਰ ਰਹੀ ਹਾਂ। ਜੀ ਕਿ ਤੇਰੇ ਮੇਰੇ ਪਿਆਰ ਦਾ ਚਰਚਾ ਰਹੇਗਾ ਦੇਰ ਤੱਕ, ਤੇਰੇ ਮੇਰੇ ਪਿਆਰ ਦਾ ਚਰਚਾ ਰਹੇਗਾ ਦੇਰ ਤੱਕ, ਇਹ ਭੁਲੇਖਾ ਇਸ ਤਰ੍ਹਾਂ ਬਣਿਆ ਰਹੇਗਾ ਦੇਰ ਤੱਕ। ਵਾਹ। ਰੋਜ਼ ਖੁਣਦੇ ਹਾਂ ਤਲੀ ਵਿੱਚ ਵਸਲ ਦੀ ਕੋਈ ਲਕੀਰ, ਬਣ ਕੇ ਹੰਝੂ ਇੰਤਜ਼ਾਰ ਕਿਰਦਾ ਰਹੇਗਾ ਦੇਰ ਤੱਕ। ਇੰਤਜ਼ਾਰ ਨੇ ਤੇਰੇ ਕੀਤਾ ਹੈ ਬਹਿਬਲ ਇਸ ਤਰ੍ਹਾਂ, ਇੰਤਜ਼ਾਰ ਨੇ ਤੇਰੇ ਕੀਤਾ ਹੈ ਬਹਿਬਲ ਇਸ ਤਰ੍ਹਾਂ, ਹਸ਼ਰ ਦੀ ਕਰੇ ਚਿਰਾਗ ਬਲਦਾ ਰਹੇਗਾ ਦੇਰ ਤੱਕ। ਮੋਮਬੱਤੀ ਦੀਵਾ ਕੋਈ ਜੁਗਨੂ ਰਾਤ ਪਰ, ਮੋਮਬੱਤੀ ਦੀਵਾ ਕੋਈ ਜੁਗਨੂ ਰਾਤ ਪਰ, ਉਹ ਨਿਮਾਣਾ ਦਿਲ ਹੈ ਜੋ ਜਲਦਾ ਰਹੇਗਾ ਦੇਰ ਤੱਕ। ਵਾਹ। ਰੂਹ ਦੀ ਪਾਕੀਜ਼ਗੀ ਨੂੰ ਕੌਣ ਜਾਣੇਗਾ ਭਲਾ, ਰੂਹ ਦੀ ਪਾਕੀਜ਼ਗੀ ਨੂੰ ਕੌਣ ਜਾਣੇਗਾ ਭਲਾ, ਇਹੋ ਝੋਰਾ ਜਿੰਦ ਨੂੰ ਲੱਗਿਆ ਰਹੇਗਾ ਦੇਰ ਤੱਕ। ਖਾਮੋਸ਼ ਪੰਜਾਬ ਦੇ ਨਾਂ। ਹਾਂ, ਤੋ ਇਹ ਕਵਿਤਾਵਾਂ ਅੱਜ ਵੀ ਉਸੇ ਸ਼ਿੱਦਤ ਨਾਲ ਸੁਣੀਆਂ ਜਾਂਦੀਆਂ ਨੇ। ਇਹਦੇ ਗੀਤ, ਔਰ ਮੈਂ ਇਸ ਦੀ ਗੱਲ ਕਰਨ ਤੋਂ ਪਹਿਲਾਂ ਦੱਸਾਂ ਕਿ ਇਹਦਾ ਗੀਤ ਹੈ ਬੂਹਾ ਨਾ ਬਾਰੀ ਨਾ ਕੋਈ ਬਨੇਰਾ, ਦੀਵਾ ਜਗਾ ਕੇ ਵੀ ਰੱਖਾਂਗੇ ਕਿੱਥੇ, ਮੇਰੇ ਸਿਰ ਤੇ ਛੱਤਾਂ ਮੇਰੇ ਮੋਢੇ ਕੰਧਾਂ, ਇਹ ਕੰਧਾਂ ਇਹ ਛੱਤਾਂ ਵੀ ਰੱਖਾਂਗੇ ਕਿੱਥੇ,
ਇਹਨੂੰ ਬੜੇ ਵੱਡੇ ਗਾਇਕਾਂ ਨੇ ਗਾਇਆ, ਹੰਸ ਜੀ ਨੇ ਵੀ ਗਾਇਆ। ਔਰ ਇਹ ਕਵਿਤਾ ਮੇਰੀ ਸਾਰੀਆਂ ਭਾਰਤੀ ਭਾਸ਼ਾਵਾਂ ਸਿਲੈਕਟ ਕੀਤੀਆਂ ਜਾਂਦੀਆਂ ਨੇ। ਹਿੰਦੁਸਤਾਨ ਦੀਆਂ ਪੰਜਾਬੀ ਜਿੰਨੀਆਂ ਕਵਿਤਾਵਾਂ ਨੇ, ਹਿੰਦੁਸਤਾਨ ਦੀਆਂ ਜਿੰਨੀਆਂ ਭਾਸ਼ਾਵਾਂ ਨੇ, ਉਹਨਾਂ ਵਿੱਚੋਂ ਇੱਕ ਕਵਿਤਾ ਸਿਲੈਕਟ ਕੀਤੀ ਜਾਂਦੀ ਹੈ ਹਰ ਸਾਲ। 18 ਵਿੱਚ ਮੇਰੀ ਬੂਹਾ ਨਾ ਬਾਰੀ ਕੋਈ ਬਨੇਰਾ ਜਿਹੜੀ ਹੈ ਉਹ ਕਵਿਤਾ ਆਲ ਇੰਡੀਆ ਰੇਡੀਓ 'ਤੇ ਨੈਸ਼ਨਲ ਤੌਰ 'ਤੇ ਸਿਲੈਕਟ ਕੀਤੀ ਗਈ, ਅਤੇ ਜਿਹਦਾ ਕਿ ਮੈਂ ਜਾ ਕੇ ਚੇਨਈ ਦੇ ਵਿੱਚ ਸਮਾਗਮ ਹੋਇਆ, ਜਿੱਥੇ ਮੈਨੂੰ ਇਸ ਕਵਿਤਾ ਲਈ ਮੈਨੂੰ ਆਨਰ ਵੀ ਕੀਤਾ ਗਿਆ। ਅਤੇ ਇਹ ਕਵਿਤਾ ਭਾਰਤੀ ਜਿੰਨੀਆਂ ਭਾਸ਼ਾਵਾਂ ਨੇ ਭਾਰਤ ਦੀਆਂ, ਓਨੀਆਂ ਭਾਸ਼ਾਵਾਂ 'ਚ ਉਲੱਥਾ ਹੋ ਕੇ ਉੱਥੇ ਪੜ੍ਹੀ ਗਈ। ਵੀ ਜੀ ਇਹ ਉਹ ਦੌਰ ਸੀ ਜਦੋਂ ਨਾ ਪੰਜਾਬ ਵਾਲੇ ਇਹ ਚੀਜ਼ ਨੂੰ ਤਾਂ ਹਜੇ ਇੰਨਾ ਨਹੀਂ ਹੰਡਾਇਆ, ਪਰ ਦਿੱਲੀ ਦੇ ਲੋਕਾਂ ਨੇ ਇਹ ਚੀਜ਼ ਨੂੰ ਬਹੁਤ ਹੰਡਾਇਆ, ਕਿਉਂਕਿ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜੋ ਮਾਹੌਲ ਬਣੇ ਨੇ ਉਹ ਮਤਲਬ ਉਹ ਜਦੋਂ ਅੱਜ ਵੀ ਉਹ ਜ਼ਿਕਰ ਆਉਂਦਾ, ਜੂਨ ਦਾ ਮਹੀਨਾ ਕਹਿ ਦਈਏ, 31 ਅਕਤੂਬਰ ਤੋਂ ਬਾਅਦ ਵਾਲੇ ਜਿਹੜੇ 4 ਨਵੰਬਰ ਦੇ ਦਿਨ ਸ਼ੁਰੂ ਹੁੰਦੇ, ਉਹ ਚੀਜ਼ਾਂ ਅੱਜ ਵੀ ਜ਼ਿਹਨ ਦੇ ਵਿੱਚ ਪਈਆਂ ਨੇ। ਦੇਖੋ, ਜਿਵੇਂ ਤੁਸੀਂ ਮੈਨੂੰ ਪਹਿਲਾਂ ਹੀ ਕਿਹਾ ਸੀ ਕਿ ਅਸਾਂ ਲਹਿਰਾਂ ਹੱਥ ਚੱਪੂ ਦਿੱਤੇ ਨੇ ਫੜਾ, ਇਹ ਇਸੇ ਦੀ ਨਜ਼ਮ ਦਾ ਹਿੱਸਾ ਸੀ ਜੀ, ਕਿ ਪਾਣੀਆਂ 'ਚ ਕਿਹਾ ਤੂਫਾਨ ਆਇਆ ਹੈ, ਬਸ ਅਸੀਂ ਤਾਂ ਲਹਿਰਾਂ ਹੱਥ ਚੱਪੂ ਦਿੱਤੇ ਨੇ ਫੜਾ। ਮਹਿੰਦੀ ਰੱਤੇ ਹੱਥ ਜਿਨ੍ਹਾਂ ਪੂਰੇ ਸਨ ਚੌਂਕ, ਮੰਨੇ ਸਨ ਪੀਰ, ਸਿਵਿਆਂ ਦੀ ਅੱਗ ਸਾਵੇਂ, ਰੱਤਾ ਚੂੜਾ ਮਹਿੰਦੀਆਂ ਸਭ ਜਿਹੜੀਆਂ ਜਲਦੀਆਂ ਨਜ਼ਰ ਆਉਂਦੀਆਂ ਨੇ। ਉਹ ਮਹਿੰਦੀ ਸ਼ਗਨ ਨਹੀਂ ਲੱਗਦਾ, ਮਹਿੰਦੀ ਲੱਗਦੀ ਹੈ, ਅੱਗ ਲੱਗੀ ਹੋਈ ਹੈ। ਤੋ ਇਹ ਸਾਰੀਆਂ ਨਜ਼ਮਾਂ ਜਿਹੜੀਆਂ ਨੇ ਉਹ ਬਲੂ ਸਟਾਰ ਆਪਰੇਸ਼ਨ ਦੇ ਉੱਤੇ ਸੀ। ਇਹਦੇ ਵਿੱਚ ਕੀ ਹੈ ਕਿ ਜਿਹੜਾ ਜਦੋਂ ਵੀ ਕੋਈ ਵੀ ਦੁਖਾਂਤ ਹੋਇਆ ਉਹ ਔਰਤ ਨੇ ਭੋਗਿਆ। ਇਹਦੇ ਵਿੱਚ ਜਿਹੜੀ ਹੈਗੀ ਹੈ, ਇਹ ਮੇਰੀ ਇੱਕ, ਫਿਰ ਤੁਸੀਂ ਮੈਨੂੰ ਕਹੋਗੇ ਕਾਲਾ ਬਾਗ ਹੈ ਉਹ, ਇਹ 'ਚ ਕਾਲੀ ਘੋੜੀ ਹੈ। ਤੋ ਇਹ ਨਜ਼ਮ ਮੈਂ ਇੱਥੇ ਤੁਹਾਡੇ ਪੜ੍ਹਨ ਵਾਸਤੇ ਜਾਂ ਮੇਰੇ ਪਾਠਕ ਕਦੀ ਪੜ੍ਹਨਾ ਚਾਹਣ ਉਹਨਾਂ ਵਾਸਤੇ ਛੱਡ ਦਾਂਗੀ ਮੈਂ, ਮੇਰੇ ਸਰੋਤੇ, ਕਿ ਇਹ ਕਾਲੀ ਜਿਹੜੇ ਕਾਲੇ ਸਾਏ ਸੀ, ਜੋ ਸਾਡੇ ਤੇ ਜੋ ਕੁਛ ਵਾਪਰਿਆ ਸੀ, ਉੱਥੇ ਬੜਾ ਕੁਛ ਹੋਇਆ। ਇਹ ਤਾਂ ਇਤਿਹਾਸ ਦੱਸ ਰਿਹਾ। ਜਿਹੜੇ ਜੋ ਵੀ ਪੋਲੀਟੀਕਲ ਹੋਏ ਜਾਂ ਜਿਹਨੂੰ ਤੁਸੀਂ ਕਹਿੰਦੇ ਹੋ ਵੀ ਆਤੰਕਵਾਦੀ ਹੋਏ ਜਾਂ ਜਿਹੜੇ ਵੀ ਅੱਤਵਾਦੀ ਹੋਏ, ਜਿਨ੍ਹਾਂ ਨੇ ਇਹ ਬਿਲਕੁਲ ਕੁਛ ਵੀ ਨਹੀਂ ਦੇਖਿਆ, ਔਰਤਾਂ ਦੀਆਂ ਅਜ਼ਮਤਾਂ ਲੁੱਟੀਆਂ ਗਈਆਂ, ਸਾਰੇ ਦੇ ਸਾਰੇ, ਜਾਂ ਜਿਹੜੇ ਸਰਕਾਰੀ ਤੌਰ ਦੇ ਉੱਤੇ ਤੁਸੀਂ ਸੁਣਿਆ ਦੇਖਿਆ, ਦਿੱਲੀ ਦੇ ਵਿੱਚ ਵੀ ਟਾਇਰ ਪਾ ਕੇ ਸਾੜਤੇ ਗਏ। ਦਿੱਲੀ ਦੇ ਵਿੱਚ ਜਿਹੜਾ ਹੈ ਕਿ ਉਹ ਵਿਧਵਾ ਕਲੋਨੀਓ ਕਹਿਲਾਉਂਦਾ ਆ ਜੀ, ਜਿੰਨੇ ਚਾਹੇ ਬੱਚੇ, ਉਹ 2-2 ਸਾਲ ਦੇ ਬੱਚੇ ਵੀ ਸੀ, ਮੁੰਡੇ, ਉਹ ਸਾਰਾ ਕੁਨਵੇ ਖਤਮ ਕਰ ਦਿੱਤੇ ਗਏ, ਟਾਇਰ ਪਾ ਕੇ ਜਲਾ ਦਿੱਤੇ ਗਏ। ਕੈਸਾ ਸਮਾਂ ਸੀ ਉਹ, ਕੈਸਾ ਸਮਾਂ ਸੀ। ਇਹਦੇ 'ਚ ਮੇਰੀ ਇੱਕ ਨਜ਼ਮ ਹੈ ਕਿ ਕਿਹਾ ਸਾਵਣ ਹੈ ਇਹ, ਚੰਡੋਲ ਲਾਸ਼ਾਂ ਭਰੇ, ਸਣੇ ਟਾਣਾ ਪੀਂਘਾਂ ਟੁੱਟੀਆਂ, ਗਿੱਧੇ ਦੀ ਥਾਂ ਵੈਣ ਪੈਂਦੇ, ਤਲੀਆਂ ਤੇ ਰੱਤ ਰਚੀ, ਖੀਰ ਵਾਂਗ ਮਿੱਝ ਡੁੱਲੀ, ਹਾਏ ਕਿਹਾ ਸਾਵਣ ਹੈ ਇਹ। ਮੈਂ ਨੱਚ ਰਹੀ ਹਾਂ, ਅੱਗ ਵਾਂਗ ਮੱਚ ਰਹੀ ਹਾਂ, ਮੇਰੀ ਕੁੱਖ ਜਲਾਉਣ ਵਾਲਿਓ ਤੁਹਾਨੂੰ ਵੱਧ ਅਸੀਸਾਂ ਦੇ ਰਹੀ ਹਾਂ। ਸਾਡੇ ਪੁੱਤ, ਸਾਡੇ ਭਰਾ, ਜਿੱਥੇ ਲਾਸ਼ਾਂ ਬਣੇ ਉੱਥੇ ਫੁੱਲ ਉੱਗਣਗੇ, ਉਹਨਾਂ ਫੁੱਲਾਂ ਦੀ ਮਹਿਕ ਤੁਹਾਨੂੰ ਵਬਾ ਬਣ ਪਵੇਗੀ। ਤ੍ਰਿੰਜਣਾ 'ਚ ਚਰਖੇ ਰੋਂਦੇ ਪਏ, ਤੰਦਾਂ ਜਿੱਡੇ ਲੰਬੇ ਬੋਲ ਹੌਕਾ ਬਣਦੇ। ਮੈਂ ਤ੍ਰਿੰਜਣਾ 'ਚ ਇਸ ਬਰਬਾਦੀ ਦਾ ਗੀਤ ਹੇਕ ਲਾ ਗਾਵਾਂਗੀ। ਅਸਾਂ ਆਪੋ ਆਪਣਾ ਸਬਰ ਤਲੀਆਂ ਤੇ ਧਰ ਲਿਆ। ਫੁਲਾਦੀ ਹਿੱਕਾਂ ਨੂੰ, ਪਰਤਦੀਆਂ ਪਿੱਠਾਂ ਨੂੰ ਤੁਸਾਂ ਕੂਟਨੀਤੀ ਦੀਆਂ ਗੋਲੀਆਂ ਨਾਲ ਜ਼ਖਮੀ ਕੀਤਾ। ਜਿਨ੍ਹਾਂ ਕੰਧਾਂ ਨੂੰ ਤੁਸੀਂ ਗੋਲੀਆਂ ਨਾਲ ਛਲਣੀ ਕੀਤਾ, ਅਸੀਂ ਉਹਨਾਂ ਤੇ ਵਾਰਾਂ ਲਿਖਾਂਗੇ, ਲਹੂ ਦੇ ਗੀਤ ਗਾਵਾਂਗੇ, ਰੋਹ ਦੀ ਪੀਂਘ ਚੜਾਵਾਂਗੇ, ਆਪਣੇ ਅਜਾਇਆਂ ਦਾ ਹਿਸਾਬ ਚੁਕਾਵਾਂਗੇ। ਤੇ ਮੈਂ ਨੱਚ ਰਹੀ ਹਾਂ, ਅੱਗ ਵਾਂਗ ਮੱਚ ਰਹੀ ਹਾਂ, ਮੇਰੀ ਕੁੱਖ ਜਲਾਉਣ ਵਾਲਿਓ ਤੁਹਾਨੂੰ ਵੱਧ ਅਸੀਸਾਂ ਦੇ ਰਹੀ ਹਾਂ। ਹਾਏ ਕੀ ਹਸਾਵਨ ਹੈ। ਸੋ ਇਸ ਕਿਸਮ ਦੀਆਂ ਨਜ਼ਮਾਂ ਨੇ। ਤੁਸੀਂ ਉਸ ਵੇਲੇ ਕੀ ਲਿਖ ਸਕਦੇ ਹੋ? ਮੁਹੱਬਤ ਕਿੱਥੇ ਗਈ? ਕਿਹੜੀ ਮੁਹੱਬਤ ਦੀ ਗੱਲ ਕਰੋਗੇ? ਕਿਹੜੇ ਅਮਨ ਦੀ ਬਾਤ ਪਾਓਗੇ? ਅਮਨ ਦੀਆਂ ਘੁੱਗੀਆਂ ਕਦ ਤੱਕ ਉਡਾਓਗੇ? ਬੇਦੋਸ਼ੇ ਖੂਨ ਨੂੰ ਕਦ ਤੱਕ ਲੁਕਾਓਗੇ? ਰੋਜ਼ ਚੜ੍ਹਦੇ ਜਾਂ ਲਹਿੰਦੇ ਭਾਣਾ ਵਰਤਦਾ ਹੈ, ਰੋਜ਼ ਸੁੰਨੀ ਗਲੀ 'ਚ ਹੌਕਾ ਪਰਤਦਾ ਹੈ, ਚਿੜੀਆਂ ਦੀ ਡਾਰ ਤੇ ਨਿਤ ਸ਼ਿਕਰਾ ਭਟਕਦਾ,
ਝਪਟਦਾ ਹੈ, ਮਨਾਂ ਤੇ ਵੱਧ ਰਿਹਾ ਏ ਬੋਝ ਕਿੰਜ ਉਠਾਓਗੇ। ਧਰਤੀ ਲਾਲ ਅੰਬਰ ਲਾਲ ਗਹਿਰ ਕੇ ਹੀ ਚੜੀ ਹੈ, ਵੈਸ਼ੀ ਹੋਇਆ ਆਦਮੀ ਜ਼ਹਿਰੀਲੀ ਸੱਪਣੀ ਲੜੀ ਹੈ। ਕਦੇ ਜੋ ਚਮਨ ਹੁੰਦਾ ਸੀ ਵਰਮੀ ਨਾਗਾਂ ਦੀ ਬਣੀ ਹੈ। ਬਾਰੂਦ ਦੇ ਥੜੇ ਤੇ ਕਦ ਤੱਕ ਸਿੰਘਾਸਨ ਸਜਾਓਗੇ, ਅਮਨ ਦੀਆਂ ਘੁੱਗੀਆਂ ਕਦ ਤੱਕ ਉਡਾਓਗੇ। ਸੋ ਤੁਸੀਂ ਉਸ ਵੇਲੇ ਤੁਸੀਂ ਕਿਸ 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 ਚੀਜ਼ ਦੀ ਗੱਲ ਕਰਦੇ ਹੋ, ਕਿਸ ਮੁਹੱਬਤ ਦੀ ਬਾਤ ਪਾਉਂਦੇ ਹੋ। ਸੋ ਉਸ ਵੇਲੇ ਮੁਹੱਬਤ ਹੈ ਨਹੀਂ ਸੀ। ਸੋ ਮੈਂ ਇਹ ਸਾਰੇ ਦੇ ਸਾਰੇ ਗੀਤ ਲਿਖੇ, ਨਜ਼ਮਾਂ ਲਿਖੀਆਂ, ਤਾਂ ਉਸ ਵੇਲੇ ਸ਼ਾਇਦ ਇਹੀ ਹੋ ਸਕਦਾ ਸੀ, ਸਾਡਾ ਸੂਰਜ ਵੀ ਮੋੜੋ, ਸਾਡਾ ਚਾਨਣ ਵੀ ਮੋੜੋ, ਕਿਤੇ ਖਾ ਨਾ ਜਾਣ ਚੰਦਰੇ ਹਨੇਰੇ। ਕੱਟ ਬੇੜੀਆਂ ਪੈਰਾਂ 'ਚ ਅਸਾਂ ਬਿਜਲੀ ਸੀ ਬੱਧੀ, ਸਾਡੇ ਪੈਰਾਂ 'ਚੋਂ ਹਟਾਓ ਕਾਲੇ ਪੰਦੇ ਲਮੇਰੇ। ਸਾਡਾ ਚਾਨਣ ਚੁਰਾ ਕੇ ਤੁਸੀਂ ਕਿੱਥੇ ਭੱਜ ਚੱਲੇ, ਅਸੀਂ ਹਿੰਮਤਾਂ ਦੇ ਜਾਏ ਅਸਾਂ ਵੰਡਣੇ ਸਵੇਰੇ। ਸਾਡੇ ਪੈਰਾਂ ਨਾਲ ਕਾਲ ਜਿਹੜਾ ਬੰਨਿਆ ਤੁਸਾਂ ਨੇ, ਤੁਹਾਡੇ ਸਿਰਾਂ ਉੱਤੇ ਕੂਕੂ ਜਦੋਂ ਹੋਣਗੇ ਨਬੇੜੇ। ਸੋ ਇਹ ਜਿਹੜੀਆਂ ਨੇ ਲਿਖੀਆਂ ਸਾਰੀਆਂ ਨਜ਼ਮਾਂ, ਉਹ ਇਸ ਦਰਦ ਦਾ ਹਿੱਸਾ ਹੈ। ਉਹ ਇਹ ਦਰਦ ਸ਼ਾਇਦ ਔਰਤ ਦੇ ਮਨ ਦੀ ਹੂਕ ਹੈ। ਔਰਤ ਰੋ ਸਕਦੀ ਸੀ, ਵਹਿਣ ਪਾ ਸਕਦੀ ਸੀ, ਤੋ ਉਸ ਵੇਲੇ ਦੀਆਂ ਗੱਲਾਂ ਨੇ। ਜਿੰਨੀ ਰਾਹੀਂ ਮੈਂ ਧੂੜਿਆ ਕੇਸਰ, ਉਨੀ ਰਾ ਪੈਰੋਂ ਪੈਰ ਸਿਵੇ ਬਲਦੇ। ਕਿ ਮੇਰਾ ਜਿੰਨਾ ਵੀ ਆਪਾਂ ਇਹ ਚੀਜ਼ ਨੂੰ ਕਦੀ ਯਾਦ ਕਰਦੇ ਆ, ਉਨੇ ਹੀ ਸ਼ਬਦ ਤੁਹਾਡੇ ਅੰਦਰੋਂ ਇਸ ਵਿਰਾਗ 'ਚ ਨਿਕਲਦੇ ਜਾਂਦੇ ਨੇ। ਤੇ ਫਿਲਹਾਲ ਵੀ ਜੀ ਗੱਲ ਹੈ ਵੀ ਇੰਨੀਆਂ ਗੱਲਾਂ ਨੂੰ ਆਪਾਂ ਇੱਕ ਪ੍ਰੋਗਰਾਮ 'ਚ ਸਮੇਟ ਨਹੀਂ ਸਕਦੇ। ਮੈਨੂੰ ਸਿਰਫ ਖਾਸ ਤੌਰ ਥੋੜੀ ਤਾਰਿਆਂ ਜਿਹੜੇ ਛੱਜ ਆ, ਜਿਹਦੇ ਬਹੁਤ ਜ਼ਿਆਦਾ ਮਕਬੂਲ ਹੈ। ਮੈਨੂੰ ਲੱਗਦਾ ਜੇ ਇਹ ਪੜ੍ਹੇ ਬਿਨਾਂ ਤੁਹਾਡੇ ਨਾਲ ਮੈਂ ਗੱਲ ਕਰਾਂ ਤਾਂ ਤੁਹਾਡੀ ਕਿਰਤ ਨਾਲ ਨਾ ਇਨਸਾਫੀ ਹੋਊਗੀ। ਤੁਸੀਂ ਮੇਰੀ ਦੋ ਚੀਜ਼ਾਂ ਨਾਲ ਗੱਲ, ਮੇਰਾ ਖਿਆਲ ਹੈ ਤੁਸੀਂ ਮੇਰਾ ਜਵਾਬ ਦੇਣਾ ਵੀ ਕੋਈ ਬਣਦਾ ਨਹੀਂ ਹੋਏਗਾ। ਜੀ ਜੀ। ਜੇ ਤੁਸੀਂ ਲੋਕਾਂ ਨੇ ਤਾਰਿਆਂ ਦੇ ਛੱਜ ਬਾਰੇ ਗੱਲ ਕੀਤੀ ਹੈ ਜੀ, ਸ਼ਿਵ ਕੁਮਾਰ ਵਾਲੀ ਗੱਲ ਕਰੋ ਜੀ ਤੁਸੀਂ, ਇਹ ਗੱਲਾਂ ਓਪਰੀਆਂ। ਹਾਂ ਠੀਕ ਹੈ, ਇੱਕ ਵਾਰ ਹੋ ਗਈਆਂ, ਠੀਕ ਹੈ, ਓਕੇ ਫਾਈਨ। ਹਾਂ ਵੀ ਉਹਨੇ ਆਪਣਾ ਕਿਸੇ ਨੇ ਗੱਲ ਕੀਤੀ ਕਿ ਆ ਕੇ ਕਿਤਾਬ ਪੜ੍ਹ ਕੇ ਆ ਕੇ ਗੱਲ ਕੀਤੀ, ਵਧੀਆ ਕੀਤੀ। ਮੇਰੀ ਕਿਤਾਬ ਹੈ ਤੂੰ ਆਵਾਜ਼ ਮਾਰੀ ਹੈ ਤੇ ਅਲਖ, ਇਹ ਦੋ ਆਪਣੀਆਂ ਵੱਖਰੀਆਂ ਵਿਧਾ ਨੇ। ਵਿਧਾ ਤਾਂ ਖੈਰ ਨਹੀਂ, ਇਹ ਕਵਿਤਾ ਦੇ ਵਿੱਚ ਨਾਵਲ ਲਿਖਣ ਦੀ ਕੋਸ਼ਿਸ਼ ਕੀਤੀ ਹੈ ਮੈਂ, ਤੂੰ ਆਵਾਜ਼ ਮਾਰੀ ਹੈ। ਇਹ ਜਿਹੜਾ ਇੱਕ ਇਹ ਬਿਮਾਰੀ ਨਵੀਂ ਨਹੀਂ ਹੈ, ਐਕਸਟਰਾ ਮੈਰਿਟਲ ਰਿਲੇਸ਼ਨਸ ਦੀ, ਵਿਆਹ ਬਾਰੇ ਸੰਬੰਧਾਂ ਦੀ। ਇਹ ਅਲੱਗ ਵਿਸ਼ਾ ਆ। ਇਹਦੇ ਲਈ ਮੈਂ ਚਾਹੂੰਗਾ ਮੈਂ ਇਹਨੂੰ ਪੜ੍ਹਾਂ ਪਹਿਲਾਂ, ਫਿਰ ਮੈਂ ਤਸੱਲੀ ਨਾਲ ਆਪ ਜੀ ਨਾਲ ਗੱਲ ਕਰ ਸਕਦਾ। ਦੋਨਾਂ ਨੂੰ ਤਿੰਨਾਂ ਚੀਜ਼ ਦੋਨਾਂ ਨੂੰ ਪੜ੍ਹੋ, ਫਿਰ ਮੇਰੇ ਨਾਲ ਗੱਲ ਕਰੋ, ਮੈਨੂੰ ਵੀ ਚੰਗਾ ਲੱਗੇਗਾ, ਤੁਹਾਨੂੰ ਵੀ ਚੰਗਾ ਲੱਗੇਗਾ। ਤੇ ਬਾਕੀ ਤਾਂ ਫਿਰ ਗੱਲਾਂ ਕਰਨ ਵਾਸਤੇ ਗੱਲਾਂ ਕਰਨੀਆਂ ਤੁਸੀਂ ਕਰ ਸਕਦੇ ਹੋ। ਜੀ ਜੀ। ਤੇ ਫਿਲਹਾਲ ਸਮਾਂ ਵੀ ਸਾਡੇ ਕੋਲ ਹੋ ਗਿਆ ਤੇ ਮੈਨੂੰ ਤਾਂ ਪੜ੍ਹ ਕੇ ਹੀ ਤੁਹਾਡੇ ਨਾਲ ਇਸ ਬਾਰੇ ਆਪਾਂ ਅਗਲਾ ਪ੍ਰੋਗਰਾਮ ਕਰਾਂਗੇ। ਅੱਜ ਲਈ ਜਿੰਨੀ ਗੱਲਬਾਤ ਤੁਸੀਂ ਕਿੰਨਾ ਕੁਛ ਸੁਣਾਇਆ, ਬਹੁਤ ਚੰਗਾ ਲੱਗਿਆ, ਬਹੁਤ ਸਮਾਂ ਦਿੱਤਾ। ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ। ਸੋ ਅੱਜ ਦੇ ਸਾਹਿਤ ਸੰਘ ਪ੍ਰੋਗਰਾਮ ਦੇ ਵਿੱਚ ਗੱਲਬਾਤ ਕੀਤੀ ਮਨਜੀਤ ਇੰਦਰਾ ਜੀ ਨਾਲ, ਜਿਨ੍ਹਾਂ ਨੇ ਆਪਣੀਆਂ ਕਵਿਤਾਵਾਂ ਦੀ, ਆਪਣੀ ਰਚਨਾਵਾਂ ਦੀ ਸਾਡੇ ਨਾਲ ਸਾਂਝ ਪਾਈ। ਜ਼ਿੰਦਗੀ ਦੇ ਤਲਖ ਸਮੇਂ ਦੇ ਵਿੱਚੋਂ, ਜ਼ਿੰਦਗੀ ਦੀਆਂ ਲਹਿਰਾਂ ਦੇ ਵਿੱਚੋਂ ਕਿੰਝ ਤੁਸੀਂ ਹੌਸਲੇ ਦੇ ਨਾਲ ਅੱਗੇ ਵਧਣਾ, ਇਹ ਉਹਨਾਂ ਦੀ ਕਵਿਤਾ ਗੱਲ ਕਰਦੀ ਹੈ। ਕਿੰਨਾ ਕੁਝ ਹੁੰਦਾ ਹੈ ਕਈ ਵਾਰ ਅਕਸਰ ਜਿਸ ਨੂੰ ਆਪਾਂ ਦੁਨੀਆ ਸਾਹਮਣੇ ਪੇਸ਼ ਨਹੀਂ ਕਰ ਪਾਉਂਦੇ, ਦੁਨੀਆ ਸਾਹਮਣੇ ਦੱਸਣ ਤੋਂ ਗੁਰੇਜ਼ ਕਰਦੇ ਹਾਂ, ਪਰ ਜਦੋਂ ਇਹਨਾਂ ਤਲਖ ਹਕੀਕਤਾਂ ਨੂੰ ਆਪਾਂ ਦੂਜਿਆਂ ਨਾਲ ਸਾਂਝਾ ਕਰਾਂਗੇ ਤਾਂ ਉਹਨਾਂ ਨੂੰ ਵੀ ਹੌਸਲਾ ਮਿਲਦਾ ਅੱਗੇ ਵਧਣ ਦਾ। ਸੋ ਉਮੀਦ ਕਰਦਾ ਕਿ ਤੁਸੀਂ ਵੀ ਇਸ ਗੱਲਬਾਤ ਦਾ ਪੂਰਾ ਆਨੰਦ ਮਾਣਿਆ ਹੋਵੇਗਾ। ਸੋ ਇਸੇ ਤਰ੍ਹਾਂ ਇੱਕ ਨਵੇਂ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਸਾਹਿਤਕਾਰ ਦੇ ਨਾਲ, ਕਲਮਕਾਰ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ। ਜਦ ਤੱਕ ਮੈਨੂੰ ਕਰਮਵੀਰ ਸਿੰਘ ਨੂੰ ਇਜਾਜ਼ਤ ਹੈ। ਤੁਸੀਂ ਬਣੇ ਰਹੋ ਵਿਜ਼ਨ ਪੰਜਾਬ ਦੇ ਨਾਲ, ਹਰ ਕਦਮ ਤੁਹਾਡੇ ਨਾਲ। ਸਤਿ ਸ਼੍ਰੀ ਅਕਾਲ।